ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ ਤੇ ਮੇਰੇ ਨਾਲ ਨੇ ਜਤਿੰਦਰ ਖਹਿਰਾ। ਬਹੁਤ ਬਹੁਤ ਧੰਨਵਾਦ ਸੰਜੀਵ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਔਰ ਪ੍ਰੋਗਰਾਮ ਦਾ ਤੁਹਾਨੂੰ ਹੁਣ ਤੱਕ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਅਸੀਂ ਕਿਹੜਾ ਪ੍ਰੋਗਰਾਮ ਕਰਦੇ ਹਾਂ ਬੈਠੇ ਬਹਿ ਕੇ। ਕਰੰਟ ਨਿਊਜ਼ ਐਂਡ ਵਿਊਜ਼ ਇਹੀ ਕਰਦੇ ਆ ਵਾਕਈ। ਤੇ ਕਰੰਟ ਨਿਊਜ਼ ਦੀ ਗੱਲ ਕਰੀਏ ਤੇ ਕੱਲ ਦਾ ਇੱਕ ਪੇਜ ਫਸਿਆ ਹੋਇਆ ਸੀ। ਵਿਕਰਮ ਮਜੀਠੀਆ ਲਗਾਤਾਰ ਕਹਿ ਰਹੇ ਸੀ ਕਿ ਮੈਨੂੰ ਜਾਨ ਨੂੰ ਖਤਰਾ ਆ, ਤੇ ਜਾਨ ਨੂੰ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਖਤਰਾ ਕਿਹਦੇ ਤੋਂ ਆ, ਚੋਰਾਂ ਨੂੰ ਮੋਰ ਪੈ ਗਏ ਆ, ਐਦਾਂ ਦਾ ਕੋਈ ਲੱਗਦਾ ਹੈ ਨਾ, ਕੋਈ ਯਕੀਨ ਜਿਹੀ ਨਹੀਂ ਗੱਲ ਹੁੰਦੀ। ਕੱਲ ਜਦੋਂ ਵੀ ਕਿਸੇ ਨਾਲ ਗੱਲ ਕਰਦੇ ਸੀ ਕਿ ਵਿਕਰਮ ਮਜੀਠੀਆ ਹੁਣੀ ਇੱਦਾਂ ਕਹਿ ਰਹੇ ਨੇ, ਉਹ ਕਹਿੰਦੇ ਵੀ ਇਹ ਸਾਰੇ ਜਿਹੜੇ ਤਰੀਕੇ ਨੇ, ਟੈਕਟਿਕਸ ਨੇ, ਇਹ ਕਿਤੇ ਨਾ ਕਿਤੇ ਜ਼ਮਾਨਤ ਵੱਲ ਜਿਹੜੇ ਨੇ ਇਸ਼ਾਰੇ ਕਰਦੇ ਨਜ਼ਰ ਆਉਂਦੇ ਨੇ। ਦੇਖੋ ਨਾ, ਪੁਲਿਸ ਪ੍ਰਸ਼ਾਸਨ ਅੰਦਰ ਬੈਠਾ, ਜੇਲ੍ਹ ਦੇ ਅੰਦਰ ਖਤਰਾ ਕਿਉਂ ਕਿ ਅੱਧੇ ਉੱਤੇ ਗੈਂਗਸਟਰਸ ਨੇ, ਉੱਤੇ ਅੱਤਵਾਦੀ ਨੇ, ਇਸ ਕਰਕੇ ਜਾਨ ਨੂੰ ਖਤਰਾ ਹੈ। ਤੇ ਬਾਕੀ ਕੋਟਲੀਆਂ ਵੀ ਸ਼ਿਫਟ ਕੀਤੀਆਂ ਜਾ ਰਹੀਆਂ, ਕਦੀ ਕਿਸੇ 'ਚ ਕਦੀ ਕਿਸੇ 'ਚ। ਤਾਂ ਉਸ 'ਤੇ ਵੀ ਕਈ ਵਾਰ ਇਤਰਾਜ਼ ਹੁੰਦੇ ਨੇ ਕਿ ਇਸ ਕੋਟਲੀ 'ਚ ਕਿਉਂ। ਪ੍ਰਸ਼ਾਸਨ ਕਹਿੰਦਾ ਕਿ ਸਿਕਿਉਰਿਟੀ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਗਿਆ। ਉਹ ਕਹਿੰਦੇ ਕੋਟਲੀ ਦਾ ਨਾਂ ਕਿੱਦਾਂ ਦਾ ਹੈਗਾ। ਅੱਛਾ, ਠੀਕ ਹੈ ਨਾ। ਸੋ ਉਹੀ ਗੱਲ ਆ ਕਿ ਅੱਜ ਇਹ ਮਾਮਲਾ ਜਿਹੜਾ ਕਾਫੀ ਹਾਸੋਹੀਣੀ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਆ ਕਿ ਉਹੀ ਜਿਨ੍ਹਾਂ ਨੇ ਇਹ ਸਭ ਕੁਝ ਬਣਾਇਆ, ਉਹੀ ਜਿਹੜੇ ਸਭ ਕੁਝ ਕਰਦੇ ਰਹੇ ਆ, ਅੱਜ ਉਹੀ ਕਹਿੰਦੇ ਆ ਕਿ ਸਾਡਾ ਹੀ ਸਿਸਟਮ ਚੰਗਾ ਨਹੀਂ। 15 ਸਾਲ ਤੁਸੀਂ ਇਸ ਸਿਸਟਮ ਨੂੰ ਬਣਾਉਣ ਨੂੰ ਲਾਏ ਨੇ, ਜੇਲ੍ਹਾਂ ਤੁਹਾਡੇ ਅੰਦਰ, ਤੁਸੀਂ ਫਾਈਨੈਂਸ ਤੁਹਾਡੇ ਕੋਲ, ਤੁਸੀਂ ਹੁਣ ਕਹਿੰਦੇ ਹੋ ਕਿ ਮੇਰੀ ਜਾਨ ਨੂੰ ਖਤਰਾ ਹੈ। ਜੇ ਇੱਦਾਂ ਦੇ VVIP ਦੀ ਜਾਨ ਨੂੰ ਖਤਰਾ ਜੇਲ੍ਹ ਦੇ ਅੰਦਰ, ਤੇ ਉਹ ਕੈਦੀ ਕੀ ਕਰਨ ਜਿਹੜੇ ਇੱਕੋ ਬੈਰਕ 'ਚ 6-6 ਜਣੇ 7-7 ਜਣੇ ਰਹਿੰਦੇ ਨੇ, ਉਹਨਾਂ ਨੂੰ ਖਤਰਾ ਨਹੀਂ ਗੈਂਗਸਟਰਾਂ ਤੋਂ? ਉਹਨਾਂ ਨੂੰ ਖਤਰਾ ਨਹੀਂ ਗਾ ਫਿਰ ਇੱਦਾਂ ਦੇ ਜਿਹੜੇ ਕਹਿੰਦੇ ਆ ਕਿ ਅੱਤਵਾਦੀ ਗਏ, ਪਤਾ ਨਹੀਂ ਕਿਹਨਾਂ ਨੂੰ ਕਹੀ ਜਾ ਰਹੇ ਨੇ। ਪਰ ਚਲੋ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਇਹਨਾਂ ਦੀ ਜਿਹੜੀ ਗੱਲਬਾਤ ਹੁੰਦੀ ਸੀਗੀ, ਸੋ ਪੰਜਾਬ ਪੱਖ ਵੱਲੋਂ ਜਿਹੜੇ ਸਾਡੇ ਵਕੀਲ ਨੇ ਸੰਜੀਵ ਬੱਤਰਾ ਤੇ ਜੇਲ੍ਹ ਸੁਪਰਡੈਂਟੈਂਟ ਜਿਹੜੇ ਪਟਿਆਲਾ ਦੇ ਜਿੱਥੇ ਇਹਨਾਂ ਨੂੰ ਰੱਖਿਆ ਸੁੱਚਾ ਸਿੰਘ, ਉਹਨਾਂ ਨੇ ਵੀ ਆਪਣਾ ਜਿਹੜਾ ਹਵਾਲਾ ਦੇ ਦਿੱਤਾ। ਜੀ ਜੀ ਸੰਜੀਵ ਜੀ, ਸੁੱਚਾ ਸਿੰਘ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਕਿ ਜਾਨ ਨੂੰ ਕੋਈ ਖਤਰਾ ਨਹੀਂ ਆ, ਮੈਂ ਇਹਨਾਂ ਦੀ ਬੈਰਕ ਦੇ ਮੂਹਰੇ ਆਪਣੀ ਕੁਰਸੀ ਬੈਠ ਕੇ ਕੁਰਸੀ ਰੱਖ ਕੇ ਬੈਠਣ ਨੂੰ ਤਿਆਰ ਹਾਂ। ਹੁਣ ਇਦੋਂ ਵੱਡੀ ਗੱਲ ਕਿਹੜੀ ਹੈ? ਬਿਲਕੁਲ ਸਹੀ ਕਹਿ ਰਹੇ ਨੇ, ਕਿਉਂਕਿ ਕਿਤੇ ਨਾ ਕਿਤੇ ਸੁੱਚਾ ਸਿੰਘ ਜੀ ਦੀ ਵੀ ਅਪਾਇੰਟਮੈਂਟਸ ਉਹਨਾਂ ਦੇ ਵਕਤਾਂ 'ਚ ਹੀ ਹੋਈ ਆ। ਵੱਡੇ ਬਾਦਲ ਸਾਹਿਬ ਸਾਰੇ ਮਤਲਬ ਪੂਰਾ ਪਰਿਵਾਰ ਹੀ ਰਿਹਾ ਕਾਬਜ਼ ਸੱਤਾ ਦੇ ਉੱਤੇ। ਤਾਂ ਇਹ ਜਿਹੜੇ ਆਫਿਸਰਸ ਨੇ ਕਿਤੇ ਇਹਨਾਂ ਦੇ ਕਹਿਣੇ ਤੋਂ ਬਾਹਰ ਤਾਂ ਹੈ ਨਹੀਂ। ਜਿਵੇਂ ਅਸੀਂ ਸਾਰਾ ਕਲਚਰ ਜਾਣਦੇ ਹੀ ਹਾਂ, ਜਿੱਦਾਂ ਇਹ ਸਾਰੀਆਂ ਨੌਕਰੀਆਂ ਹੁੰਦੀਆਂ ਨੇ ਸਰਕਾਰੀ ਮਹਿਕਮਿਆਂ ਦੇ ਵਿੱਚ, ਚਾਹੇ ਵੱਡੇ ਆਫਿਸਰ ਨੇ, ਚਾਹੇ ਛੋਟੇ ਆਫਿਸਰ ਨੇ, ਚਾਹੇ ਆਮ ਕਰਮਚਾਰੀ ਨੇ, ਉੱਪਰ ਤੋਂ ਥੱਲੇ ਤੱਕ ਸਭ ਨਾਲ ਬਣਾ ਕੇ ਰੱਖਣੀ ਪੈਂਦੀ ਹੈ, ਤਾਂ ਹੀ ਨੌਕਰੀ ਚੱਲਦੀ। ਅੱਜ ਕੱਲ੍ਹ ਤੁਸੀਂ ਦੇਖੋ ਸਮਾਂ ਹੀ ਇੱਦਾਂ ਦਾ, ਕਿਉਂਕਿ ਪੂਰੇ ਸਿਸਟਮ ਦਾ ਹੀ ਸਿਆਸੀਕਰਨ ਕਰਕੇ ਰੱਖ ਦਿੱਤਾ ਗਿਆ। ਇਸ ਕਰਕੇ ਸਭ ਨੂੰ ਮਿਲ ਜੁਲ ਕੇ ਚੱਲਣਾ ਪੈਂਦਾ। ਠੀਕ ਹੈ, ਉਹਨਾਂ ਨੇ ਕਿਹਾ ਮੈਂ ਕੁਰਸੀ ਢਾ ਕੇ ਉਹਨਾਂ ਦੀ ਬੈਰਕ ਦੇ ਬਾਹਰ ਬਹਿ ਜਾਂਦਾ, ਜੇ ਜਾਣ ਨੂੰ ਇੰਨਾ ਖਤਰਾ ਹੈ ਤਾਂ ਮੈਂ ਖੁਦ ਸਿਕਿਉਰਿਟੀ ਦੇ ਬਹਿ ਜਾਂਦਾ। ਕਹਿਣ ਦਾ ਮਤਲਬ ਇਹ ਹੀ ਹੈ ਕਿ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਕਿਤੇ ਨਾ ਕਿਤੇ ਇੱਦਾਂ ਦੇ ਕੇਸਿਸ ਵੀ ਹੁੰਦੇ ਨੇ ਕਿ ਜੇ ਬਾਹਰ ਕਿਸੇ ਲੀਡਰ ਦੀ ਜਾਨ ਨੂੰ ਖਤਰਾ ਹੈ ਤਾਂ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਫॉर ਸਿਕਿਉਰਿਟੀ ਪਰਪਸ। ਹਾਂਜੀ, ਕਿ ਉੱਥੇ ਜਾ ਕੇ ਤੁਸੀਂ ਆਰਾਮ ਨਾਲ ਰਹੋ, ਤੁਹਾਡੀ ਜਾਨ ਨੂੰ ਕੋਈ ਖਤਰਾ ਨਹੀਂ। ਕੋਈ ਜੁਰਮ ਨਹੀਂ ਕੀਤਾ ਹੁੰਦਾ, ਸਿਰਫ ਉਹਨਾਂ ਨੂੰ ਬਚਾਉਣ ਵਾਸਤੇ VIP ਟ੍ਰੀਟਮੈਂਟ ਅੰਦਰ ਮਿਲਦਾ ਉਹਨਾਂ ਨੂੰ, ਕਿਉਂਕਿ ਉਹ ਉਸ ਵਕਤ ਸੱਤਾ 'ਚ ਹੁੰਦੇ ਨੇ ਜਾਂ ਉਹਨਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ ਹੁੰਦਾ, ਸਿਰਫ ਸਿਕਿਉਰਿਟੀ ਪਰਪਸ ਹੁੰਦਾ। ਖੈਰ, ਇੱਥੇ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਮਜੀਠੀਆ ਸਾਹਿਬ ਨੂੰ ਅੰਦਰ VIP ਟ੍ਰੀਟਮੈਂਟ ਵੀ ਮਿਲਦਾ। ਤਾਂ ਇਹ ਵੀ ਗੱਲਾਂ ਬਾਹਰ ਆਉਂਦੀਆਂ ਨੇ ਜਦੋਂ, ਕਿਉਂਕਿ ਅਸੀਂ ਦੇਖਦੇ ਹਾਂ ਵੱਡੇ ਨੇਤਾ ਨੇ ਤਾਂ ਉਹਨਾਂ ਦਾ ਪ੍ਰਭਾਵ ਤੇ ਪਏਗਾ ਹੀ ਪਏਗਾ ਸਾਰੇ ਆਫਿਸਰਸ ਦੇ ਉੱਤੇ, ਜੇਲ੍ਹ ਦੇ ਪ੍ਰਸ਼ਾਸਨ ਦੇ ਉੱਤੇ। ਆਹੋ, ਕੱਲ ਨੂੰ ਪਤਾ ਨਹੀਂ ਸੱਤਾ ਪਲਟ ਜਾਵੇ ਤੇ ਫਿਰ ਤਾਂ ਅਗਲਾ ਕੱਲ ਨੂੰ ਆ ਕੇ ਹੋਮ ਮਿਨਿਸਟਰੀ ਲੈ ਲਵੇ, ਕਿਉਂਕਿ ਕਹਿੰਦੇ ਹੁੰਦੇ ਨਾ ਕਿ ਟੱਬਰਵਾਦ ਭਾਰੀ ਆ। ਤੁਸੀਂ ਜਿਵੇਂ ਕਹਿੰਦੇ ਹੀ ਹੁੰਦੇ ਆ ਕਿ ਕਰਦੇ ਹੀ ਆ ਆਪਣਾ ਮੁੱਖ ਮੰਤਰੀ, ਆਪਣਾ ਹੀ ਡਿਪਟੀ CM, ਆਪਣਾ ਹੋਮ ਮਿਨਿਸਟਰ, ਤੇ ਹੁਣ ਆਪਣਾ ਹੋਮ ਮਿਨਿਸਟਰ ਜਦੋਂ ਆ ਜਾਂਦਾ ਫਿਰ ਆਪਣੇ ਹੋਮ ਮਿਨਿਸਟਰ ਨੇ ਬਦਲੇ ਤਾਂ ਲੈਣੇ ਹੀ ਆ। ਕਈ ਵਾਰ ਕਹਿੰਦੇ ਨੇ ਨਾ ਕਿ ਤੁਸੀਂ ਜਦੋਂ ਕਹਿੰਦੇ ਹੋ ਕਿ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ, ਆਪ ਹੀ ਅਸਤੀਫਾ ਲਿਖਿਆ, ਆਪਣੇ ਆਪ ਨੂੰ ਹੀ ਦੇ ਦਿੱਤਾ ਤੇ ਆਪ ਹੀ ਮਨਾ ਕਰ ਦਿੱਤਾ, ਨਹੀਂ ਨਹੀਂ ਠੀਕ ਹੈ, ਤੁਸੀਂ ਫਿਰ ਆਪ ਆਪਣੇ ਆਪ ਨੂੰ ਕਹਿੰਦਾ ਹਾਂ ਹਾਂ ਚਲੋ ਤੁਸੀਂ ਕਹਿ ਰਹੇ ਹੋ ਤਾਂ ਠੀਕ। ਮਤਲਬ ਸਭ ਕੁਝ ਘਰ ਦੇ ਅੰਦਰ ਹੀ ਕਰ ਲਿਆ ਤੇ ਕਿਹਨੇ ਕਿਹਨੂੰ ਅਸਤੀਫਾ ਦੇਣਾ ਤੇ ਕਿਹਨੇ ਕਿਹੜੀ ਪ੍ਰਧਾਨਗੀ ਛੱਡਣੀ, ਕੋਈ ਜਵਾਬਦੇਹੀ ਨਹੀਂ। ਸਾਰੀ ਜਵਾਬਦੇਹੀ, ਕੋਈ ਜਵਾਬਦੇਹੀ ਨਹੀਂ। ਜੋ ਮਰਜ਼ੀ ਆਏ ਕਰੋ ਬਸ। ਬਾਕੀ ਪਬਲਿਕ ਨੂੰ ਇੱਕ ਡਰਾਮਾ ਕਰਕੇ ਦਿਖਾ ਦੇਣਾ। ਪਬਲਿਕ ਵਿਚਾਰੀ ਡਰਾਮਿਆਂ ਜੋਗੀ ਰਹਿ ਗਈ। ਪਬਲਿਕ ਨੂੰ ਵੀ ਪਤਾ ਵੀ ਡਰਾਮਾ ਹੁੰਦਾ ਪਿਆ, ਉਹ ਕਰੇ ਤੇ ਕੀ ਕਰੇ, ਉਹਨਾਂ ਦੇ ਹੱਥ ਵਾਸ ਕੁਝ ਹੈ। ਚਲੋ ਇਸ ਵਾਰ ਤੇ ਪਬਲਿਕ ਨੇ ਬਹੁਤ ਸੋਹਣਾ ਕੰਮ ਕੀਤਾ ਆ, ਬੜਾ ਵੱਡਾ ਜਿਹੜਾ ਇੱਕ ਕਹਿ ਲਈਏ ਕਿ ਜਵਾਬ ਦੇ ਦਿੱਤਾ। ਚਲੋ ਹੁਣ ਇਸ ਜਵਾਬ ਦੇ ਉੱਤੇ ਸਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਆ, ਸਵਾਲ ਅਸੀਂ ਚੁੱਕਣੇ ਨੇ ਇਸ ਜਵਾਬ ਦੇ ਉੱਤੇ। ਬਾਕੀ ਇਹ ਨਹੀਂ, ਫਿਰ ਉਹ ਮਹਿਸੂਸ ਹਲੇ ਹੁੰਦਾ ਕਿ ਨਹੀਂ ਹੁੰਦਾ, ਉਹ ਐਂਡਲੀ ਪਾਰੀ ਤੱਕ ਪਤਾ ਲੱਗੂਗਾ। ਜਿਵੇਂ ਕਾਂਗਰਸੀ ਇਹ ਕਹਿੰਦੇ ਸੀ ਕਿ ਹਲੇ ਤਾਂ ਬਹੁਤ ਕੁਝ ਕਰਨ ਵਾਲਾ ਆ, ਫਿਰ ਜਦੋਂ ਬਹੁਤ ਕੁਝ ਕਰ ਲਿਆ ਤਾਂ ਫਿਰ ਕਹਿੰਦੇ ਜੀ ਸਾਡੇ ਕੋਲ ਸਿਰਫ 111 ਦਿਨਾਂ ਦਾ ਰਾਜ ਸੀਗਾ।
ਤੇ ਪਹਿਲੇ 4.5 ਸਾਲ ਪਹਿਲੇ 4.5 ਸਾਲ ਅਸੀਂ ਕਾਊਂਟ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਉਹੀ ਗੱਲ ਆ ਨਾ ਕਿ ਬਹਾਨੇ ਬਹੁਤ ਆ ਸਿਆਸਤਦਾਨਾਂ ਦੇ ਲੱਗਦਾ ਨਹੀਂ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਖੇਡੇ, ਕਿ ਇੱਕ ਤੇ ਬਾਏ ਬਾਏ ਕਰ ਦਿੱਤਾ ਕੈਪਟਨ ਸਾਹਿਬ ਨੂੰ, ਤੇ ਨਾਲ ਜਿਹੜਾ ਕੁਝ ਵੀ ਕੋਈ ਖਰਾਬ ਹੋਇਆ ਉਹ ਵੀ ਉਹਨਾਂ ਦੇ ਸਿਰ ਪਾ ਦਿੱਤਾ, ਜਾਓ ਜੀ ਲੈ ਜਾਓ ਨਾਲ। ਅਸੀਂ ਤਾਂ ਬਿਲਕੁਲ ਸਾਫ਼ ਸੁਥਰੇ, ਹੁਣ 111 ਦਿਨਾਂ ਦੀ ਸਰਕਾਰ ਹੈ ਸਾਡੀ, ਪਹਿਲਾਂ ਸਾਨੂੰ ਕੋਈ ਨਹੀਂ ਲੈਣਾ ਦੇਣਾ, ਜਿੱਥੇ ਗਈ ਬੇੜੀਆਂ ਉੱਥੇ ਗਏ ਮਲਾਹ ਵਾਲਾ ਹਿਸਾਬ ਹੋ ਗਿਆ। ਤੇ ਇਹ ਇੱਕ ਤੀਰ ਨਾਲ ਦੋ ਨਿਸ਼ਾਨੇ ਖੇਡ ਲਏ ਕਾਂਗਰਸ ਨੇ। ਖੈਰ ਇਹ ਤਾਂ ਇਲੈਕਸ਼ਨਸ ਤੋਂ ਪਹਿਲਾਂ ਦੀ ਗੱਲ ਹੈ, ਪਰ ਹੁਣ ਜਿਹੜਾ ਤੁਸੀਂ ਕਿਹਾ ਕਿ ਜਵਾਬ ਦਿੱਤਾ ਜਨਤਾ ਨੇ, ਕਲੀਨ ਸਵੀਪ ਮਿਲੀ ਆਮ ਆਦਮੀ ਪਾਰਟੀ ਨੂੰ, ਹੁਣ ਇਸ ਜਵਾਬ ਦੇ ਉੱਤੇ ਸਵਾਲ ਖੜੇ ਕਰਨੇ ਨੇ ਜਨਤਾ ਨੇ ਕਿ ਜਿਹੜੀਆਂ ਰਿਵਾਇਤੀ ਪਾਰਟੀਆਂ ਸੀ ਉਹ ਹਰ ਮਸਲੇ ਦੇ ਉੱਤੇ ਡਬਲ ਸਟੈਂਡਰਡ ਅਪਣਾਉਂਦੀਆਂ ਸੀ, ਹੁਣ ਕੇਜਰੀਵਾਲ ਸਾਹਿਬ ਵੀ ਡਬਲ ਸਟੈਂਡਰਡ ਅਪਣਾਉਣਗੇ ਜਾਂ ਫਿਰ ਕੁਝ ਕਰਕੇ ਦਿਖਾਉਣਗੇ? ਚਲੋ ਕੇਜਰੀਵਾਲ ਸਾਹਿਬ ਨੇ ਤਾਂ ਜੋ ਕਰਨਾ ਹੀ ਕਰਨਾ ਆ। ਸਾਡੇ ਮਾਨ ਸਾਹਿਬ ਜਿਨ੍ਹਾਂ ਨੂੰ ਅਸੀਂ ਬੜੇ ਮਾਣ ਮੱਤੇ ਤਰੀਕੇ ਦੇ ਨਾਲ ਕਹਿੰਦੇ ਆ ਨਾ ਕਿ ਸਾਡਾ ਮਾਣ ਹੈ, ਭਗਵੰਤ ਮਾਨ ਹੈ, ਔਰ ਉਹ ਕਹਿੰਦੇ ਵੀ ਆ ਕਿ ਪੰਜਾਬ ਨੂੰ ਬਦਲ ਕੇ ਮੈਂ ਰੰਗਲਾ ਪੰਜਾਬ ਬਣਾਉਣਾ ਆ। ਸੋ ਇੱਥੇ ਵੱਡੀ ਗੱਲ ਇਹ ਹੁੰਦੀ ਹੈ ਕਿ ਚਲੋ ਪਿੱਛੇ ਟੀਕਾ ਕੋਈ ਵੀ ਭਰੇ, ਅੱਗੇ ਟੀਕਾ ਕਿੱਦਾਂ ਲੱਗਦਾ ਆ, ਜਨਤਾ ਦੇ ਨਾਲ ਕਿਵੇਂ ਵਿਚਰਿਆ ਜਾਂਦਾ ਆ, ਉਹ ਬਹੁਤ ਵੱਡੀ ਗੱਲ ਆ। ਸੋ ਸਾਡੀਆਂ ਉਮੀਦਾਂ ਬਹੁਤ ਨੇ, ਅਸੀਂ ਬਹੁਤ ਕਰੜੇ ਹੋ ਕੇ ਬੈਠੇ ਆ, ਔਰ ਉਮੀਦ ਹੈ ਕਿ ਅਸੀਂ ਵੀ ਸਵਾਲ ਉਦੋਂ ਹੀ ਕਰਦੇ ਰਵਾਂਗੇ ਜਿਹੜੀਆਂ ਅਸੀਂ ਪਿਛਲੀਆਂ ਸਰਕਾਰਾਂ ਨੂੰ ਨਹੀਂ ਕਰ ਸਕੇ। ਸੋ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਅੱਗੇ ਮੁੜਦੇ ਆ, ਸੰਜੀਦਾ ਮਸਲਾ ਆ ਸੰਜੀਵ ਜੀ। ਮੈਂ ਕਹੂੰਗਾ ਕਿ 2015 ਦੇ ਵਿੱਚ ਇਹ ਮਸਲਾ ਐਡਾ ਤਕੜਾ ਹੋ ਨਿਬੜਿਆ, ਸਾਡੀ ਰਹਿਤਲ ਦੇ ਨਾਲ ਸਾਡਾ ਪੰਜਾਬ ਇਹਦੇ ਤੇ ਬਣਿਆ, ਪੰਜਾਬ ਉੱਜੜ ਗਿਆ, ਪੰਜਾਬ ਦੀਆਂ ਗੱਲਾਂ ਅਸੀਂ ਇੱਥੇ ਕਰਦੇ ਨੇ, ਪੰਜਾਬ ਨੂੰ ਇਹ ਕਹਿ ਲਓ ਕਿ ਸੇਧ ਦੇਣ ਵਾਲਾ ਮਸਲਾ ਸੀਗਾ। ਪਰ ਪੰਜਾਬ ਦੇ ਰਾਜਨੇਤਾ, ਚਾਹੇ ਉਹ ਕਾਂਗਰਸੀਏ ਹੋਣ ਚਾਹੇ ਉਹ ਅਕਾਲੀਏ ਹੋਣ, ਇਸ ਮਸਲੇ ਦੇ ਸਿਵਾਏ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਤੋਂ ਬਿਨਾਂ ਮੈਨੂੰ ਲੱਗਦਾ ਨਹੀਂ ਕੁਛ ਕਰਦੇ ਨਜ਼ਰ ਆਏ। ਬਿਲਕੁਲ ਬੇਅਦਬੀ ਦਾ ਮਾਮਲਾ, ਹਾਲਾਂਕਿ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ ਜਦੋਂ ਆਮ ਆਦਮੀ ਪਾਰਟੀ ਬਣੂਗੀ 24 ਘੰਟਿਆਂ ਦੇ ਅੰਦਰ ਅਸੀਂ ਇਹ ਬੇਅਦਬੀ ਦਾ ਮਾਮਲਾ ਸੋਲਵ ਕਰਾਂਗੇ, ਤਾਂ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਉਹਨਾਂ ਦੀ ਗ੍ਰਿਫਤਾਰੀ ਹੋਏਗੀ, ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਤੇ ਅੱਜ ਮੇਰਾ ਖਿਆਲ 3 ਹਫ਼ਤੇ ਹੋ ਚੁੱਕੇ ਨੇ ਸਰਕਾਰ ਬਣੀ ਨੂੰ, 16 ਤਰੀਕ ਤੋਂ ਜੇ ਆਪਾਂ ਗਿਣਨਾ ਸ਼ੁਰੂ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਵੀ ਅਜੇ ਤੱਕ ਕੁਝ ਨਹੀਂ। ਤੇ ਇੱਕ ਭਾਈ ਸਾਹਿਬ ਪ੍ਰੀਤ ਸ਼ਰਮਾ ਜੀ ਬੈਠੇ ਹੋਏ ਨੇ ਸੀਐਮ ਸਾਹਿਬ ਦੀ ਕੋਠੀ ਦੇ ਬਾਹਰ, ਉਹਨਾਂ ਨੂੰ 250 ਘੰਟਿਆਂ ਤੋਂ ਜ਼ਿਆਦਾ ਹੋ ਗਏ ਨੇ ਬੈਠਿਆਂ ਨੂੰ ਉੱਥੇ, ਕਿ ਤੁਸੀਂ ਦੱਸੋ ਭੁੱਖ ਹੜਤਾਲ ਤੇ ਬੈਠੇ ਨੇ ਕਿ ਬੇਅਦਬੀ ਦੇ ਮਾਮਲਿਆਂ ਦੇ ਲਈ ਐਕਸ਼ਨ ਕਦੋਂ ਲੈਣਾ ਤੁਸੀਂ? ਦੇਖੋ, ਹਾਂ ਵਾਕਈ ਹੁਣ ਸਾਰੇ ਮਸਲਿਆਂ ਦੇ ਉੱਤੇ ਐਕਸ਼ਨ ਦੀ ਗੱਲ ਕੀਤੀ ਜਾ ਰਹੀ ਆ। ਮੈਂ ਪਹਿਲਾਂ ਵੀ ਕਿਹਾ ਵੀ ਇਹ ਮਸਲਾ ਸਾਡੀ ਰਹਿਤਲ ਦੇ ਨਾਲ ਜੁੜਿਆ। ਉਹ ਮਸਲਾ ਅਸੀਂ ਕਹਿੰਦੇ ਨਾ ਕਿ ਪੰਜਾਬ ਵਸਦਾ ਤੇ ਚੱਲਦਾ ਗੁਰੂਆਂ ਦੇ ਨਾਮ ਤੇ ਹੈ ਨਾ। ਤੇ ਜਦੋਂ ਅਸੀਂ ਉਹੀ ਸਮਝਦੇ ਆ ਕਿ ਸਾਡੀ ਇੱਕ ਧਰੋਹਰ, ਸਾਡੀ ਇੱਕ ਰਹਿਤਲ ਨੂੰ ਬੇਅਦਬੀ ਤੱਕ ਦਾ ਜਿਹੜਾ ਸਿਲਸਿਲਾ ਆ ਉਹ ਪਹੁੰਚਾਇਆ ਜਾਂਦਾ, ਬੜੇ ਡੇਰੇ ਦੇ ਨਾਲ ਇਹਦੇ ਜੋੜੇ ਜਾਂਦੇ ਸੀਗੇ। ਫਿਰ ਸਿੱਟ, ਨਵੀਂ ਸਿੱਟ ਨੇ ਤਾਂ ਚਾਰਜ ਵੀ ਲਾ ਦਿੱਤਾ ਡੇਰਾ ਸੱਚਾ ਸੌਦਾ ਦੇ ਉੱਤੇ, ਹੈ ਨਾ। ਹੁਣ ਆਪਾਂ ਇਹ ਗੱਲ ਕਰਦੇ ਆ ਕਿ ਮਸਲਾ ਚਲੋ ਇੱਕ ਦਿਨ 'ਚ 24 ਘੰਟਿਆਂ ਦੇ ਵਿੱਚ ਤਾਂ ਮਸਲਾ ਇਹ ਹੱਲ ਕਰਨ ਵਾਲਾ ਨਹੀਂ ਹੈਗਾ, ਕਿਉਂਕਿ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਕੋਲੇ ਵੀ ਸਮਾਂ ਸੀਗਾ ਜੀ, ਬੜਾ ਸਮਾਂ ਸੀ, ਸਾਲ 2 ਸਾਲ ਦਾ ਸਮਾਂ ਸੀਗਾ, ਉਹਨਾਂ ਨੇ ਉਹਦੇ ਵਿੱਚ ਨਹੀਂ ਕੀਤਾ। ਫਿਰ ਇਸ ਤੋਂ ਬਾਅਦ ਇਹ ਸਰਕਾਰ ਜਿਹੜੀ ਕਾਂਗਰਸ ਦੀ ਬਣੀ ਹੈ, ਕਿਉਂਕਿ ਦੇਖੋ ਆਪਾਂ ਜੇ ਦੁਨੀਆ ਦੇਖ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਫਤਵਾ ਕਿਉਂ ਮਿਲਿਆ? ਉਹ ਫਤਵਾ ਇਸ ਕਰਕੇ ਮਿਲਿਆ, ਉਹ ਫਤਵਾ ਕਿ ਤੁਸੀਂ ਹੁਣ ਸੱਤਾ ਦੇ ਵਿੱਚ ਕਾਬਜ਼ ਨਹੀਂ ਰਹੋਗੇ। ਔਰ ਬੜੀ ਵੱਡੀ ਗੱਲ ਹੈ ਕਿ ਉਹਨਾਂ ਨੂੰ ਜਿਹੜਾ ਲੋਕਾਂ ਨੇ ਨਕਾਰ ਦਿੱਤਾ। ਇਸ ਕਰਕੇ ਨਕਾਰਿਆ ਕਿਉਂਕਿ ਲੋਕਾਂ ਨੂੰ ਆਪਣਾ ਗੁਰੂ ਪਿਆਰ ਸੀ, ਲੋਕਾਂ ਨੂੰ ਅਸੀਂ ਚਾਹੇ ਕਹਿ ਲਈਏ ਕਿ ਅਸੀਂ ਧਾਰਮਿਕ ਤੌਰ ਤੇ ਕੱਟੜ ਵੀ ਨਾ ਹੋਈਏ, ਪਰ ਲੋਕਾਂ ਨੂੰ ਲੱਗਦਾ ਸੀ ਕਿ ਜੇ ਅੱਜ ਇਦਾਂ ਹੋ ਗਿਆ ਤੇ ਕੱਲ੍ਹ ਨੂੰ ਕੁਝ ਹੋਰ ਵੀ ਹੋ ਸਕਦਾ। ਸੋ ਉਹਨਾਂ ਨੂੰ ਲੋਕਾਂ ਨੇ ਫਤਵਾ ਦੇ ਦਿੱਤਾ। ਤੇ ਦੂਸਰੇ ਨੰਬਰ ਦੇ ਉੱਤੇ ਫਿਰ ਕਾਂਗਰਸ ਆਈ, ਕਾਂਗਰਸ ਨੂੰ ਬਹੁਮਤ ਦਿੱਤਾ ਵੀ ਚਲੋ ਕੈਪਟਨ ਸਾਹਿਬ ਕਹਿੰਦੇ ਵੀ ਅਸੀਂ ਕਰਕੇ ਦਿਖਾਵਾਂਗੇ, ਹੈ ਨਾ। ਜਿਹੜਾ ਮੈਨੀਫੈਸਟੋ ਸੀਗਾ ਉਹਦੇ ਵਿੱਚ ਵੀ ਗੱਲਾਂ ਹੋਣ ਡਈਆਂ ਸੀਗੀਆਂ, ਪਰ 5 ਸਾਲ ਕਿਸੇ ਨੇ ਕੁਝ ਨਹੀਂ ਕੀਤਾ। ਚੰਨੀ ਸਾਹਿਬ ਬਣਦੇ ਨੇ, ਚੰਨੀ ਸਾਹਿਬ ਦੀਆਂ ਵੀ ਜਿਹੜੇ ਮਹਿਜ਼ ਇੱਕ ਤਰੀਕੇ ਦੇ ਨਾਲ ਕਹਿ ਲਈਏ ਕਿ ਸਿਰਫ ਤੇ ਸਿਰਫ ਵਾਅਦੇ ਲੈ ਜਾਂਦੇ ਨੇ। ਫਿਰ ਉਹਨਾਂ ਨੂੰ ਵੀ ਲੋਕਾਂ ਨੇ ਵਾਅਦੇ ਤੇ ਲਾਰਿਆਂ ਦੇ ਵਿੱਚ ਰੱਖਿਆ, ਨਾ ਚਮਕੌਰ ਸਾਹਿਬ ਤੋਂ ਨਾ ਭਦੌੜ ਤੋਂ, ਦੋਹਾਂ ਥਾਂ ਤੋਂ ਕਰਾਰੀ ਹਾਰ ਦਿੱਤੀ। ਹੁਣ ਸਮਾਂ ਆਉਂਦਾ ਇਹਨਾਂ ਦਾ, ਇਹਨਾਂ ਕੋਲ ਵੀ ਸਮਾਂ ਘੱਟ ਹੈ ਕਿਉਂਕਿ ਲੋਕਾਂ ਨੂੰ ਰਿਜ਼ਲਟ ਚਾਹੀਦਾ। ਲੋਕਾਂ ਨੂੰ ਨਹੀਂ ਪਤਾ ਵੀ ਕਿਹੜੇ ਕੋਈ ਚਾਰਜ ਸ਼ੀਟ ਕਿਹਦੇ ਕੋਲ ਆ, ਤੁਸੀਂ ਕਿਹੜਾ ਪਬਲਿਕ ਵਕੀਲ ਬਣਾ ਰਿਹਾ, ਕਿਹਨੇ ਬਰਗਾੜੀ ਜਾ ਕੇ ਕੀਤਾ ਆ। ਲੋਕਾਂ ਨੂੰ ਸਿਰਫ ਤੇ ਸਿਰਫ ਰਿਜ਼ਲਟ ਚਾਹੀਦਾ ਹੈ, ਪ੍ਰਤੱਖ। ਬਿਲਕੁਲ ਗੱਲ ਸਹੀ ਕਹਿ ਰਹੇ ਹੋ। ਡਿਲੀਵਰ ਕੌਣ ਕਰ ਸਕਦਾ, ਮੇਨ ਚੀਜ਼ ਇਹ ਆ। ਜੇ ਅਸੀਂ ਖਜ਼ਾਨੇ ਦੇ ਪੱਖੋਂ ਦੇਖੀਏ ਤਾਂ ਇਹਨਾਂ ਕੋਲ ਸਿਰਫ 3 ਮਹੀਨੇ ਨੇ, ਜਦੋਂ ਤੱਕ ਮੇਨ ਬਜਟ ਨਹੀਂ ਆ ਜਾਂਦਾ ਜੂਨ ਦੇ ਵਿੱਚ। ਇਹ 3 ਮਹੀਨਿਆਂ ਦੇ ਵੀ 15 ਤੋਂ 20 ਦਿਨ ਬੀਤ ਚੁੱਕੇ ਨੇ ਜੀ, ਤਾਂ ਇਹ ਇਹਨਾਂ ਦਾ ਸਮਾਂ ਘਟਦਾ ਜਾ ਰਿਹਾ। ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਇਹ ਜਿਹੜੇ 3 ਮਹੀਨੇ ਸੀ ਇਹਨਾਂ ਦੇ ਕੋਲ। ਸੋ ਇਹਨਾਂ 3 ਮਹੀਨਿਆਂ ਦੇ ਵਿੱਚ ਕੁਝ ਨਾ ਕੁਝ ਰਿਜ਼ਲਟ ਸਾਹਮਣੇ ਆਉਣੇ ਚਾਹੀਦੇ ਨੇ, ਕੁਝ ਨਾ ਕੁਝ ਡਿਲੀਵਰ ਹੋਣਾ ਚਾਹੀਦਾ, ਔਰ ਰਿਜ਼ਲਟ ਇਸ ਲੈਵਲ ਤੇ ਹੋਣੇ ਚਾਹੀਦੇ ਨੇ ਕਿ ਪਬਲਿਕ ਦਾ ਵਿਸ਼ਵਾਸ ਬਣੇ। ਇੱਕ ਰੋਡ ਮੈਪ ਹੋਣਾ ਚਾਹੀਦਾ ਹੈ ਕਿ ਅੱਗੋਂ ਕਿਸੇ ਤਰ੍ਹਾਂ ਨਾਲ ਅਸੀਂ ਵਿਕਾਸ ਨੂੰ ਲੈ ਕੇ ਤੁਰਨਾ। ਦੂਜਾ,
ਇਹਨਾਂ ਕੋਲ ਸਿਰਫ 1 ਸਾਲ ਹੈਗਾ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ, ਜਿਹੜਾ ਇਹ ਗੇਮ ਪਖਾਉਂਦੇ ਪਏ ਨੇ ਕਿ ਨੈਸ਼ਨਲ ਲੈਵਲ ਤੇ ਅਸੀਂ ਆ ਜਾਈਏ, ਸੈਂਟਰ ਦੀ ਸੱਤਾ 'ਚ ਬੈਠੀਏ, ਤਾਂ 2023 ਤੱਕ ਰਿਜ਼ਲਟ ਆਉਣੇ ਚਾਹੀਦੇ ਨੇ, ਨਹੀਂ ਤਾਂ 2024 'ਚ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਸੈਂਟਰ ਦੀ ਗਵਰਨਮੈਂਟ ਜਦੋਂ ਬਣਨੀ ਹੈ। ਇਸ ਕਰਕੇ ਇਹਨਾਂ ਕੋਲ ਉਹ 1 ਸਾਲ ਹੈਗਾ। ਸੋ ਕੁੱਲ ਮਿਲਾ ਕੇ ਸਮਾਂ ਬਿਲਕੁਲ ਘੱਟ ਹੈ। ਇਹ ਜਿਹੜਾ ਕਹਿੰਦੇ ਹੁੰਦੇ ਨੇ ਕਿ 100 ਦਿਨਾਂ ਦਾ ਹਨੀਮੂਨ ਪੀਰੀਅਡ ਦਿੱਤਾ ਜਾਂਦਾ ਹੈ, ਇਹ 3 ਮਹੀਨੇ ਇਹਨਾਂ ਕੋਲ ਤਿਆਰੀ ਵਾਸਤੇ ਨੇ। ਜਦੋਂ ਮੇਨ ਬਜਟ ਆਣਾ, ਇਹ ਹਨੀਮੂਨ ਪੀਰੀਅਡ ਨਹੀਂ ਚਾਹੀਦਾ। ਪਰ ਮੈਨੂੰ ਸੰਜੀਵ ਜੀ ਦੂਸਰੀ ਗੱਲ ਇਹ ਵੀ ਨਹੀਂ ਸਮਝ ਆਉਂਦੀ ਕਿ ਅਸੀਂ ਚਲੋ ਆਸਾਂ ਤਾਂ ਸਾਡੀਆਂ ਬਹੁਤ ਹੁੰਦੀਆਂ ਨੇ, ਹੁਣ ਅਸੀਂ ਇਸ ਸਰਕਾਰ ਨੂੰ ਕਹਿੰਦੇ ਆ ਕਿ ਇਹ ਸਮਝਣ ਵੀ ਨਾ, ਹੈ ਨਾ, ਨਬਜ਼ ਸਮਝਣੀ ਬਹੁਤ ਔਖੀ ਹੈ, ਵੱਡਾ ਪ੍ਰਸ਼ਾਸਨ ਆ, ਹੈ ਨਾ, ਤੇ ਅਸੀਂ ਹੁਣ ਇਹਨਾਂ ਤੋਂ ਇਹ ਤੋਕੋ ਕਰਦੇ ਹਾਂ ਕਿ ਸਿਸਟਮ ਸਮਝਣ ਵੀ ਨਾ, ਠਾਹ ਸੋਟਾ ਮਾਰੀ ਜਾਣ, ਕਿਉਂਕਿ ਵੱਡਾ ਸਿਸਟਮ ਆ, ਬੜੀਆਂ ਸਾਰੀਆਂ ਜ਼ਿੰਮੇਵਾਰੀਆਂ ਨੇ। ਤੇ ਜਿਵੇਂ ਅਸੀਂ ਕਿਹਾ ਕਿ ਬੜੇ ਸਾਰੇ ਕੈਬਨਿਟ ਮਿਨਿਸਟਰ ਵੀ ਜਿਹੜੇ ਨੇ ਦੋਵਾਂ ਨੂੰ ਛੱਡ ਕੇ ਬਾਕੀ ਸਾਰੇ ਨਵੇਂ ਨੇ, ਤਾਣਾ ਬਾਣਾ ਸਮਝਣ ਨੂੰ ਟਾਈਮ ਤੇ ਲੱਗਦਾ। ਦੇਖੋ ਤੁਸੀਂ ਸਮਝਣ ਨੂੰ ਮੈਂ ਤਾਂ ਕਹਿੰਦਾ ਐਟਲੀਸਟ 6 ਮਹੀਨੇ ਲੱਗ ਜਾਣਗੇ ਇਹਨਾਂ ਨੂੰ। ਦੇਖੋ ਜੇ ਤਾਣਾ ਬਾਣਾ ਸਮਝਣ ਨੂੰ ਇੰਨਾ ਟਾਈਮ ਲੱਗਦਾ ਨਾ, ਇੱਕ ਗਰੁੱਪ ਇਹ ਵੀ ਮੰਨਦਾ ਕਿ ਤੁਸੀਂ ਫਿਰ ਪੂਰੀ ਤਿਆਰੀ ਦੇ ਵਿੱਚ ਨਹੀਂ ਹੋ। ਉਹਦੀ ਐਗਜ਼ਾਮਪਲ ਕਿੱਦਾਂ ਦਿੱਤੀ ਜਾਂਦੀ ਆ ਕਿ ਮੰਨ ਲਓ ਤੁਸੀਂ ਫੌਜੀ ਹੋ ਤੇ ਮੰਨ ਲਓ ਤੁਸੀਂ ਜੰਗ ਦੇ ਮੈਦਾਨ ਵਿੱਚ ਹੋ ਤੇ ਤੁਹਾਨੂੰ ਬਾਰਡਰ ਤੇ ਭੇਜ ਦਿੱਤਾ ਗਿਆ। ਪਹਿਲਾਂ ਤੁਹਾਡੀ ਟ੍ਰੇਨਿੰਗ ਕੰਪਲੀਟ ਹੋਏਗੀ, ਤੁਸੀਂ ਇਸ ਕਾਬਿਲ ਹੋ ਕਿ ਤੁਹਾਨੂੰ ਪਤਾ ਵਾਰਫੇਅਰ ਦੇ ਵਿੱਚ ਜਾ ਕੇ ਆਪਣੀ ਸਾਈਕੋਲੋਜੀ ਨੂੰ ਕਿਵੇਂ ਸੰਭਾਲਣਾ, ਮਨੋਵਿਗਿਆਨ ਨੂੰ ਕਿਵੇਂ ਮਜ਼ਬੂਤ ਰੱਖਣਾ, ਤਾਂ ਕਿ ਤੁਸੀਂ ਜਦੋਂ ਬੰਬ ਚੱਲਣ, ਜਦੋਂ ਉੱਥੇ ਗੋਲੀਆਂ ਚੱਲਣ, ਤੁਸੀਂ ਘਬਰਾਓ ਨਾ। ਦੂਜਾ, ਤੁਹਾਨੂੰ ਅਸਲੇ ਦੀ ਵਰਤੋਂ ਕਰਨੀ ਆਉਣੀ ਚਾਹੀਦੀ ਆ, ਤੁਸੀਂ ਕਿੱਦਾਂ ਕੰਬੈਟ ਕਰਨੀ ਆ। ਜੇ ਤੁਸੀਂ ਉੱਥੇ ਜਾ ਕੇ ਹਜੇ ਟ੍ਰੇਨਿੰਗ ਲੈਣੀ ਕਿ ਬੰਦੂਕ ਕਿਵੇਂ ਫੜਨੀ ਹੈ ਤੇ ਲੋਡ ਕਿਵੇਂ ਕਰਨੀ ਹੈ ਤੇ ਨਿਸ਼ਾਨਾ ਕਿਵੇਂ ਬਿੰਨਣਾ, ਪਰ ਤੁਸੀਂ ਤਾਂ ਇਹ ਤਿਆਰੀ ਵਾਕਈ ਮੈਂ ਤੁਹਾਡੀ ਗੱਲ ਬੜੀ ਦਰੁਸਤ ਗੱਲ ਹੈ, ਠੀਕ ਹੈ ਨਾ। ਇਹ ਜਿਹੜੀ ਹੈਗੀ ਆ ਜਿਹਨੂੰ ਆਪਾਂ ਕਹਿੰਦੇ ਆ ਨਾ ਵਾਰ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਤੁਹਾਨੂੰ ਤਿਆਰੀ ਚਾਹੀਦੀ ਹੈ ਜੇ ਤੁਸੀਂ ਇਹ ਕੰਪੀਟ ਕਰਨਾ ਚਾਹੁੰਦੇ ਹੋ। ਔਰ ਪਰ ਉਹੀ ਗੱਲ ਹੈ ਨਾ ਕਿ ਹੁਣ ਜਦੋਂ ਅਸੀਂ ਮੈਂਡੇਟ ਦੀ ਗੱਲ ਕਰਦੇ ਹਾਂ, ਮੈਂਡੇਟ ਦਾ ਕੋਈ ਸ਼ੋਰ ਨਹੀਂ ਹੁੰਦਾ, ਸ਼ੋਰ ਨਹੀਂ ਹੈਗਾ। ਇਸ ਕਰਕੇ ਜੇ ਅਸੀਂ ਫਿਜ਼ੀਬਿਲਿਟੀ ਚ ਗਰਾਊਂਡ ਦੇ ਜ਼ਮੀਨੀ ਪੱਧਰ ਦੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਵੀ ਪਤਾ ਹੋਣਾ ਸਮਝਣ ਨੂੰ ਟਾਈਮ ਤੇ ਲੱਗਦਾ ਹੈ। ਕੋਈ ਨਵਾਂ ਆਈਐਸ ਵੀ ਬਣਦਾ ਹੈ, ਨਵਾਂ ਆਈਐਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਰਿਟਾਇਰ ਹੋ ਜਾਂਦਾ ਹੈ, ਬਦਲੀ ਹੋ ਕੇ, ਤੁਹਾਨੂੰ ਦਿੱਤੇ ਜਾਂਦਾ ਸਮਾਂ ਕਿ ਵੀ ਆਹ ਫਾਈਲ ਸਟੱਡੀ ਫਾਈਲਸ ਨੇ, ਇਹਨਾਂ ਨੂੰ ਤੁਸੀਂ ਚਾਹੇ ਆਪਣੇ ਇਸ ਪੀਰੀਅਡ 'ਚ ਖਤਮ ਕਰ ਲਓ, ਫਿਰ ਉਸ ਤੋਂ ਬਾਅਦ ਅਸੀਂ ਔਨ ਰੋਲ ਹੋਵਾਂਗੇ। ਇਸ ਕਰਕੇ ਮੈਨੂੰ ਲੱਗਦਾ ਕਿ ਇੱਕ ਗਰਾਊਂਡ ਜੇ ਤਿਆਰ ਕਰਨੀ ਹੈ ਨਾ, ਉਹਦਾ ਅਗਲ ਪਿਛਲ ਕਰਨਾ ਪੈਂਦਾ। ਨਵਾਂ ਸੂਬੇਦਾਰ ਬਣੇ ਤੇ ਨਵੇਂ ਸੂਬੇਦਾਰ ਨੂੰ ਚਾਰਜ ਦੇਣ ਤੋਂ ਪਹਿਲਾਂ ਉਹਨਾਂ ਨੂੰ ਕਹਿੰਦੇ ਆ ਕਿ 10 ਦਿਨ ਤੁਸੀਂ ਉਵੇਂ ਫੇਰ ਹੀ ਲਾ ਲਓ। ਗੱਲ ਇਹ ਹੈ ਨਾ ਖੈਰਾ ਸਾਹਿਬ ਕਿ ਜਦੋਂ ਤੁਸੀਂ ਜਾਂਦੇ ਹੋ, ਕੋਈ ਅਹੁਦਾ ਸੰਭਾਲਦੇ ਹੋ, ਤੁਹਾਡੀ ਟ੍ਰੇਨਿੰਗ ਕਹਿ ਲਓ ਜਾਂ ਤੁਹਾਡੀ ਆਪਣੀ ਪਰਸਨਲ ਤਿਆਰੀ ਕਹਿ ਲਓ, ਇਸ ਲੈਵਲ ਦੀ ਹੋਣੀ ਚਾਹੀਦੀ ਆ ਕਿ ਤੁਸੀਂ ਜਾਣ ਸਾਰ ਮਸਲੇ ਸਮਝਣ। ਦੇਖੋ ਮੈਂ ਵਾਕਈ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ, ਪਰ ਮੈਨੂੰ ਲੱਗਦਾ ਕਿ ਇਹ ਸਾਰੀਆਂ ਮਹਿਜ਼ ਗੱਲਾਂ ਆ। ਜਦੋਂ ਤੁਸੀਂ ਕੁਰਸੀ ਤੇ ਬੈਠਾ, ਦੇਖੋ ਹੁਣ ਨਵਾਂ ਮੁੰਡਾ ਨਿਕਲਿਆ ਜਿਹਨੂੰ ਅਸੀਂ ਕਹਿੰਦੇ ਆ ਕਿ ਜਿਹਨੇ ਭਦੌੜ ਤੋਂ ਹਰਾਇਆ ਆ ਸੀਐਮ ਬਾਦਲ, ਸੌਰੀ ਮਾਫ ਕਰਨਾ, ਸੀਐਮ ਚਰਨਜੀਤ ਚੰਨੀ ਨੂੰ। ਹੁਣ ਮੁੰਡਾ ਉਹਦੇ ਤੇ ਇੱਕ ਤਰੀਕੇ ਨਾਲ ਕਹਿ ਲਓ ਕਿ ਅਖੀਰ ਮਹਿਮ ਮੌਕੇ ਤੱਕ ਵੀ ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਜਿੱਤ ਜਾਊਗਾ। ਹੁਣ ਉਹ ਜਿੱਤ ਜਾਊਗਾ ਕਿ ਨਹੀਂ ਜਿੱਤ ਜਾਊਗਾ, ਕਿਉਂਕਿ ਪੋਲੀਟੀਕਲ ਸਿਸਟਮ ਸਾਡਾ ਇਦਾਂ ਦਾ ਨਾ, ਉਹ ਤਿਆਰ ਸਿਰਫ ਇਸ ਚੀਜ਼ ਲਈ ਸੀਗਾ ਕਿ ਜੇ ਮੈਂ ਜਿੱਤ ਗਿਆ ਤਾਂ ਮੈਂ ਦਿਲੋਂ ਜਾਨ ਤੋਂ ਮਿਹਨਤ ਕਰਕੇ ਲੋਕਾਂ ਦੇ ਮਸਲੇ ਹੱਲ ਕਰਨੇ ਆ। ਹੁਣ ਇਹ ਜਿਹੜੇ ਜਿੱਤੇ ਆ, ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਚਿਣਕ ਤਾਂ ਹੈਗੀ ਆ। ਜੇ ਚਿਣਕ ਹੈਗੀ ਆ ਤਾਂ ਸਿੱਖ ਵੀ ਲੈਣਗੇ, ਐਡੀ ਕਿਹੜੀ ਗੱਲ ਆ ਜਦੋਂ ਚਿਣਕ ਹੁੰਦੀ ਹੈ ਨਾ। ਹੁਣ ਉਹੀ ਗੱਲ ਹੈ ਨਾ ਕਿ ਅਸੀਂ ਸਮਝੀਏ, ਇੱਕ ਤਰੀਕਾ ਸਮਝੀਏ। ਹਾਂ, ਆਉਣਾ ਤੇ ਬਹੁਤ ਕੁਝ ਚਾਹੀਦਾ, ਆਉਂਦਾ ਤੇ ਪੋਲੀਟੀਕਲ ਜਿਹੜੇ ਆ ਉਹਨਾਂ ਨੂੰ ਐਜੂਕੇਟਡ ਵੀ ਹੋਣਾ ਚਾਹੀਦਾ। ਹੁਣ ਇਹ ਹੈ ਨਾ ਕਿ ਸਿਸਟਮ ਦੀ ਪ੍ਰੋਪਰ ਐਜੂਕੇਸ਼ਨ ਨਹੀਂ ਹੈਗੀ। ਤਾਂ ਕਹਿੰਦੇ ਨਹੀਂ ਹੁੰਦੇ ਕਿ ਸਭ ਤੋਂ ਸੌਖਾ ਚੀਜ਼ ਕਿਹੜੀ ਆ, ਉਹ ਕਹਿੰਦੇ ਜੀ ਕਿਸੇ ਐਮਐਲਏ ਬਣਨਾ ਜਾਂ ਐਮਪੀ, ਕੋਈ ਕਿਹੜਾ ਤੁਸੀਂ ਚਾਹੇ ਪੜ੍ਹੇ ਨਾ ਹੋਵੋ ਨਾ ਪੜ੍ਹੇ ਹੋਵੋ ਤਾਂ ਤੁਸੀਂ ਬਣ ਸਕਦੇ ਹੋ। ਯੂ ਆਰ ਵੈਰੀ ਟਰੂ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਇੱਕ ਨਾ ਟਾਈਮ ਲਿਮਿਟ ਰੱਖਣੀ ਪਏਗੀ, ਕਿਉਂਕਿ ਜੇ ਤੁਹਾਨੂੰ ਨਹੀਂ ਆਉਂਦਾ, ਤੁਹਾਨੂੰ ਸਮਝਣ ਨੂੰ ਟਾਈਮ ਲੱਗਦਾ, ਤੁਹਾਡੀ ਤਿਆਰੀ ਨਹੀਂ ਹੈ, ਤਾਂ ਪਬਲਿਕ ਕਿਉਂ ਭੁਗਤੇ? ਪਬਲਿਕ ਕਦੋਂ ਤੱਕ ਭੁਗਤੇ? ਪਬਲਿਕ ਬੈਠ ਕੇ ਦੇਖੇ ਜੀ ਤੁਸੀਂ ਤਿਆਰੀ ਕਰ ਲਓ, ਤੁਸੀਂ ਹਜੇ ਤਿਆਰੀ ਕਰਦੇ ਪਏ, ਤੁਸੀਂ ਤਿਆਰ ਹੋ ਜਾਓ। ਗੱਲ ਇਹ ਹੈ ਖੈਰਾ ਸਾਹਿਬ, ਇੱਕ ਟਾਈਮ ਦੇਣਾ ਪਏਗਾ, ਟਾਰਗੇਟ ਇਦੋਂ ਤੱਕ ਕਰਨਾ, 1 ਮੰਥ 2 ਮੰਥ 3 ਮੰਥ ਟਾਰਗੇਟ ਦਾ ਟਾਈਮ ਲੈ ਕੇ ਚੱਲੋਗੇ ਤਾਂ ਜਾ ਕੇ ਤੁਹਾਨੂੰ ਇੱਕ ਰਿਜ਼ਲਟ ਆਏਗਾ। ਕਿਉਂਕਿ ਜਦੋਂ ਅਸੀਂ ਕਿਸੇ ਵੀ ਮੰਨ ਲਓ ਇੱਕ ਪ੍ਰੋਡਕਟ ਲਾਂਚ ਕਰਦੇ ਹਾਂ, ਮੰਨ ਲਓ ਕੁਝ ਵੀ ਕਰਦੇ ਹਾਂ, ਅਸੀਂ ਨਵੀਂ ਚੀਜ਼ ਮਾਰਕੀਟ ਦੇ ਵਿੱਚ ਇੰਟਰੋਡਿਊਸ ਕਰਦੇ ਹਾਂ, ਇਹ ਵੀ ਲਾਂਚ ਹੀ ਹੁੰਦੇ ਨੇ ਨਾ, ਨਵੇਂ ਬੰਦੇ ਲਾਂਚ ਹੁੰਦੇ ਨੇ, ਨਵੇਂ ਫੇਸ ਲਾਂਚ ਹੁੰਦੇ ਨੇ। ਰਾਜਨੀਤੀ ਦੇ ਵਿੱਚ ਇਹ ਵੀ ਪ੍ਰੋਡਕਟਸ ਹੀ ਨੇ। ਆਪਾਂ ਨੂੰ ਜੇ ਆਪਾਂ ਮਾਰਕੀਟਿੰਗ ਦੀ ਭਾਸ਼ਾ ਦੇ ਸਮਝਣਾ ਚਾਹੀਏ, 90 ਦਿਨਾਂ ਦਾ ਪੀਰੀਅਡ, 90 ਦਿਨਾਂ ਦੀ ਪਲੈਨਿੰਗ ਇੱਦਾਂ ਚੱਲਦੇ, 60 ਦਿਨਾਂ ਦੀ ਪਲੈਨਿੰਗ, 30 ਦਿਨਾਂ ਦੀ ਪਲੈਨਿੰਗ, ਅਕੋਰਡਿੰਗ ਟੂ ਸਿਚੁਏਸ਼ਨ ਕਿ ਇਹਨੂੰ ਕਿੰਨਾ ਟਾਈਮ ਲੱਗ ਸਕਦਾ। ਉਹੀ ਕਹਿੰਦੇ ਨੇ ਨਾ 100 ਟਾਈਮਸ ਦਾ 100 ਡੇਜ਼ ਦਾ ਹਨੀਮੂਨ ਪੀਰੀਅਡ ਦਿੱਤਾ ਜਾਂਦਾ, ਉਹ ਸਮਝਣ ਵਾਸਤੇ ਦਿੱਤਾ ਜਾਂਦਾ। ਮੈਂ ਉਹੀ ਗੱਲ ਕਹਿ ਰਿਹਾ ਵੀ ਛੋਟੀ ਜੀ ਗੱਲ ਸਮਝਣ ਵਾਲੀ ਇਹਦੇ ਵਿੱਚ ਕਿ ਕਿੰਨੇ ਕੁ ਦਿਨ ਖੈਰ ਮਨਾ ਲੂਗੀ ਬੱਕਰੇ ਦੀ ਮਾਂ, ਕਿੰਨੇ ਦਿਨ ਕਹਿ ਲੂਗੀ ਸਾਨੂੰ ਆਉਂਦਾ ਨਹੀਂ,
ਮਹੀਨਾ ਕਹਿ ਲੂ, 2 ਮਹੀਨੇ ਕਹਿ ਲੂ, 3 ਮਹੀਨੇ ਬਾਅਦ ਲੋਕਾਂ ਨੇ ਆਪ 3 ਮਹੀਨੇ ਤੋਂ ਬਾਅਦ ਕਿਸੇ ਨੇ ਨਹੀਂ ਇਹਨਾਂ ਨੂੰ ਪੁੱਛਣਾ ਕਿ ਤੁਹਾਨੂੰ ਆਉਂਦਾ ਨਹੀਂ ਆ। ਹੁਣ ਫਿਰ ਮੈਂ ਇਹੋ ਗੱਲ ਕਰਦਾ ਹੁੰਦਾ ਕਿ ਜੁਮਾ ਕੋਈ ਨਾ ਇਹਨਾਂ ਨੂੰ ਹਲੇ ਚਾਲ ਲਾ ਲੈਣ ਦਿਓ, ਹਲੇ ਫਾਈਲਾਂ ਨੂੰ ਸਮਝ ਲੈਣ ਦਿਓ, ਉਹਨਾਂ ਦੇ ਤਾਣੇ ਬਾਣੇ 'ਚ ਪੈ ਲੈਣ ਦਿਓ। 3 ਮਹੀਨਿਆਂ ਬਾਅਦ ਸਾਡਾ ਸਵਾਲ ਆਊਗਾ ਵੀ ਬਈ 3 ਮਹੀਨੇ ਸੇ ਕਿੱਥੇ ਗਏ ਆ? 3 ਮਹੀਨੇ ਇੱਕ ਬਾਅਦ ਨਹੀਂ, ਅੱਧਾ ਨਹੀਂ, ਤੀਸਰਾ ਮਹੀਨਾ ਤੁਹਾਡੇ ਕੋਲੇ। 3 ਮਹੀਨੇ ਹੁਣ ਦੁਬਾਰਾ ਬਾਅਦ- ਆਪਾਂ ਆਪਣੇ ਮੁੱਦੇ ਤੇ ਆ ਜਾਂਦੇ, ਮੈਨੂੰ ਤਾਂ ਅਸੀਂ ਕਿਸੇ ਹੋਰ ਗੱਲ ਨੂੰ ਨਹੀਂ ਉਹ ਚੱਲ ਪਏ ਆ। 3 ਮਹੀਨੇ ਬਾਅਦ ਹੀ ਤੁਹਾਡੀ ਗੱਲ ਨੂੰ ਮੈਂ ਕੰਟੀਨਿਊ ਕਰਾਂਗਾ। 3 ਮਹੀਨੇ ਬਾਅਦ ਹੀ ਬਜਟ ਆਉਣਾ, ਤੋ ਇਸ ਕਰਕੇ ਉਸ ਤੋਂ ਪਹਿਲਾਂ ਪੂਰੀ ਤਿਆਰੀ ਚਾਹੀਦੀ ਹੈ ਵਾਕਈ। ਹਨੀਮੂਨ ਪੀਰੀਅਡ ਐਸੇ ਕਰਕੇ ਹੁੰਦਾ ਕਿ ਤੁਸੀਂ ਪੂਰੀ ਤਿਆਰੀ ਕਰ ਲਓ। ਜਿਹੜੇ ਆ ਹਨੀਮੂਨ ਤੇ ਜਾਂਦੇ ਵੀ ਨੇ ਉਹ ਵੀ ਪੂਰੀ ਮੈਰਿਡ ਲਾਈਫ ਵਾਸਤੇ ਉਹਨਾਂ ਦਿਨਾਂ ਦੇ ਵਿੱਚ ਤਿਆਰੀ ਕਰਨੀ ਹੁੰਦੀ ਹੈ ਕਿ ਤੁਸੀਂ ਇੱਕ ਦੂਜੇ ਨੂੰ ਸਮਝ ਲਵੋ। ਤਾਂ ਇਹ ਜ਼ਰੂਰੀ, ਇਹ ਵੀ ਸਮਝਣ ਵਾਲਾ ਠੀਕ ਹੈ। ਹਨੀਮੂਨ ਪੀਰੀਅਡ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਸਮਝ ਲਓ। ਹਨੀਮੂਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੰਜੋਏ ਕਰ ਰਹੇ ਹੋ ਤੇ ਅਗਲੀ ਆਉਣ ਵਾਲੀ ਲਾਈਫ ਦਾ ਤੁਹਾਨੂੰ ਕੁਝ ਪਤਾ ਹੀ ਨਹੀਂ। ਨੋ, ਤੁਸੀਂ ਤਿਆਰੀ ਕਰ ਲਵੋ, ਰਿਲੈਕਸੇਸ਼ਨ ਦੇਣਾ ਕਿ ਚਲੋ ਕਰ ਲਓ ਤਿਆਰੀ ਬਈ, ਪੜ੍ਹ ਲਵੋ 3 ਮਹੀਨਿਆਂ 'ਚ ਕੀ ਕਰਨਾ। ਪਰ ਉਸ ਤੋਂ ਬਾਅਦ ਤੁਹਾਨੂੰ ਫਰੰਟ ਤੇ ਆਉਣਾ ਪੈਣਾ। ਯੂ ਵਿਲ ਹੈਵ ਟੂ ਫਾਈਟ, ਯੂ ਵਿਲ ਹੈਵ ਟੂ ਡਿਲੀਵਰ। ਤੁਹਾਨੂੰ ਰਿਜ਼ਲਟ ਦੇਣੇ ਪੈਣਗੇ, ਨਹੀਂ ਤਾਂ ਕਿਸੇ ਨੇ ਨਹੀਂ ਤੁਹਾਡੀ ਗੱਲ ਸੁਣਨੀ। ਵਾਕਈ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਦਰੁਸਤ ਹੈ ਕਿ ਡਿਲੀਵਰ ਤਾਂ ਕਰਨਾ ਪੈਣਾ ਹੈ। ਫਿਰ ਹੁਣ ਆਪਾਂ ਦੁਬਾਰਾ ਆ ਜਾਂਦੇ ਆ ਕਿ ਦੇਖੋ ਜਦੋਂ ਗੋਲੀ ਚੱਲਦੀ ਆ, ਕਹਿੰਦੇ ਜੀ ਗੋਲੀ ਚਲਾਈ ਆ ਪੁਲਿਸ ਵਾਲਿਆਂ ਨੇ। ਮੈਂ ਬਰਗਾੜੀ ਕਾਂਡ ਦੀ ਗੱਲ ਕਰਦਾ। ਹਾਂਜੀ, ਹੁਣ ਗੋਲੀ ਕਹਿੰਦੇ ਜੀ ਹੁਕਮਾਂ ਦੇ ਨਾਲ ਚੱਲੀ ਆ, ਚਲਾਨ ਵੀ ਪੇਸ਼ ਹੋ ਗਏ। ਕਿਹੜੇ ਸੱਤਾ ਦੇ ਵਿੱਚ ਸੀਗੇ, ਕਿਹਦੇ ਕੋਲੇ ਹੋਮ ਮਿਨਿਸਟਰੀ ਸੀਗੇ, ਸਭ ਨੂੰ ਪਤਾ। ਜ਼ਿੰਮੇਵਾਰ ਠਹਿਰਾਓ ਇਹਨਾਂ ਨੂੰ। ਕੋਈ ਪੁਲਿਸ ਵਾਲਾ ਆਪਣੀ ਕਹਿੰਦਾ ਜੀ ਸਾਨੂੰ ਤਾਂ ਹੁਕਮ ਹੋਏ ਸੀਗੇ, ਹੈ ਨਾ। ਹੁਣ ਤੁਸੀਂ ਦੇਖੋ ਕਿ ਸਭ ਨੂੰ ਪਤਾ ਕਿ ਉੱਥੇ ਉਸ ਸਮੇਂ ਦਾ DIG ਕੌਣ ਸੀਗਾ, DGP ਕੌਣ ਸੀਗਾ, ਉਸ ਸਮੇਂ ਦਾ ਹੋਮ ਮਿਨਿਸਟਰ ਕੌਣ ਸੀਗਾ, ਪਤਾ ਨਹੀਂ ਕਿਹੜੀਆਂ ਅਸੀਂ ਮਿੱਟੀਆਂ ਛਾਣਦੇ ਰਹੇ ਹਾਂ। ਹੁਣ ਲੋਕਾਂ ਨੂੰ ਨਹੀਂ ਪਤਾ ਕਿ ਤੁਸੀਂ ਕੀ ਕਰ ਰਹੇ ਹੋ, ਕਿੱਧਰ ਕਰ ਰਹੇ ਹੋ। ਲੋਕਾਂ ਨੂੰ ਰਿਜ਼ਲਟ ਚਾਹੀਦਾ, ਲੋਕਾਂ ਨੂੰ ਕਾਂਗਰਸ ਤੋਂ ਵੀ ਰਿਜ਼ਲਟ ਚਾਹੀਦਾ ਸੀ, ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਰਿਜ਼ਲਟ ਚਾਹੀਦਾ ਸੀਗਾ, ਤੇ ਲੋਕਾਂ ਨੂੰ ਹੁਣ ਆਮ ਆਦਮੀ ਪਾਰਟੀ ਤੋਂ ਵੀ ਇਸ ਬੇਅਦਬੀ ਮਾਮਲੇ ਦੇ ਉੱਤੇ ਨਤੀਜਾ ਚਾਹੀਦਾ ਹੈ ਜੀ। ਗੱਲ ਇਹ ਹੈ, ਹੁਕਮ ਕਹਿੰਦੇ ਨੇ ਹੁਕਮ ਨਾਲ ਗੋਲੀ ਚਲਾਈ ਆ, ਉਹ ਹੁਕਮ ਕਿੱਥੇ ਨੇ? ਕੋਈ ਰਿਟਨ ਆਰਡਰਸ ਹੈਗੇ ਨੇ? ਦਿਖਾਓ ਨਾ, ਪੇਸ਼ ਤਾਂ ਕਰੋ। ਹੁਣ ਤੁਸੀਂ ਵਰਬਲੀ ਗੱਲ ਕਰ ਰਹੇ ਹੋ, ਠੀਕ ਆ ਕਿ ਉਦੋਂ ਵਰਬਲੀ ਉਹਨਾਂ ਨੇ ਹੁਕਮ ਦੇਤਾ, ਜ਼ੁਬਾਨੀ ਕਲਾਮੀ ਗੋਲੀ ਚਲਾ ਦਿਓ, ਤੁਸੀਂ ਗੋਲੀ ਚਲਾ ਦਿੱਤੀ। ਕੁਝ ਹੁਕਮ ਹੋਣ ਤਾਂ ਹੀ ਆ। ਹੁਣ ਕਈ ਵਾਰ ਮੈਂ ਰਿਲੇਟ ਕਰਦਾ ਇਸ ਚੀਜ਼ ਨੂੰ ਜਲਿਆਂਵਾਲੇ ਬਾਗ ਦੇ ਨਾਲ। ਉੱਥੇ ਵੀ ਹੁਕਮ ਇਦਾਂ ਹੀ ਹੋਏ ਸੀ। ਤੁਸੀਂ 84 ਦੇ ਨਾਲ ਕਰ ਲਓ, ਉਹਦਾ ਵੀ ਕੋਈ ਰਿਟਨ ਆਰਡਰ ਨਹੀਂ ਹੈਗਾ। ਕਹਿੰਦੇ ਜੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਕੋਈ ਰਿਟਨ ਆਰਡਰ ਨਹੀਂ ਹੈਗਾ। ਇੱਥੇ ਕਪੂਰਥਲੇ ਦੇ ਸੀਗੇ ਸਾਡੇ ਜਿਹੜੇ ਬੈਂਕ 'ਚ ਮੈਨੇਜਰ ਨੇ, ਉਹਨਾਂ ਨੇ ਸਿੱਟ ਰਿਟੜੀ ਪਾ ਕੇ, ਇੱਕ ਰਿਟ ਪਾ ਕੇ ਜਿਹੜੀ ਗੱਲ ਕੀਤੀ ਆ, ਉਹਦੇ 'ਚ ਪਤਾ ਲੱਗਿਆ ਕਿ ਕੋਈ ਰਿਟਨ ਹੁਕਮ ਕਿਸੇ ਵੱਲੋਂ ਵੀ ਨਹੀਂ ਸੀਗੇ। ਸੋ ਇਹ ਬਿਨਾਂ ਰਿਟਨ ਹੁਕਮ ਤੋਂ ਤੁਸੀਂ ਗੋਲੀ ਚਲਾ ਰਹੇ ਹੋ। ਗੋਲੀ ਚਲਾਉਣਾ ਸੰਜੀਦਾ ਮਾਮਲਾ ਹੈ। ਰਿਟਨ ਆਰਡਰਸ ਤੇ ਚਾਹੀਦੇ ਨੇ, ਰਿਟਨ ਹੁਕਮ ਤਾਂ ਚਾਹੀਦੇ ਨੇ ਕਿ ਤੁਸੀਂ ਕਿਹਦੇ ਖਿਲਾਫ ਕੀ ਐਕਸ਼ਨ ਲੈ ਰਹੇ ਹੋ। ਇਮੀਡੀਏਟਲੀ ਫਾਇਰ, ਇਮੀਡੀਏਟਲੀ ਗੋਲੀ ਚਲਾ ਦਿਓ। ਇਹ ਹੁਕਮ ਕੌਣ ਦਿੰਦਾ? ਚਲੋ ਉਹ ਤਾਂ ਮੰਨ ਲਿਆ ਕਿ ਅੰਗਰੇਜ਼ ਸੀਗੇ, ਜਲਿਆਂਵਾਲਾ ਬਾਗ ਸੀ, ਠੀਕ ਆ। ਅੰਗਰੇਜ਼ਾਂ ਨੇ ਗੁਲਾਮਾਂ ਉੱਤੇ ਗੋਲੀਆਂ ਚਲਾਈਆਂ। ਗੋਲੀਆਂ ਚਲਾਉਣ ਵਾਲੇ ਫਿਰ ਸਾਡੇ ਭਾਰਤ ਦੇ ਸਿਪਾਹੀ ਸੀ, ਉਹਨਾਂ ਨੇ ਸਾਥ ਦਿੱਤਾ ਨਾ। ਗੋਲੀਆਂ ਤਾਂ ਅੰਗਰੇਜ਼ਾਂ ਨੇ ਨਹੀਂ ਚਲਾਈਆਂ, ਉਹ ਤਾਂ ਸਾਡੇ ਬੰਦੇ ਸੀ, ਚਲਾ ਦਿੱਤੀਆਂ ਗੋਲੀਆਂ। ਕਿਉਂਕਿ ਜੋ ਰਿਕਾਰਡ ਆ ਉਹਦਾ ਹੀ ਉਹ ਹੈ। ਕਿਉਂਕਿ ਫੋਰਸ ਦੇ ਵਿੱਚ ਤਾਂ ਸਾਰੇ ਤਰ੍ਹਾਂ ਦੇ ਬੰਦੇ ਨੇ, ਜੇ ਅੰਗਰੇਜ਼ ਹੈਗੇ ਨੇ ਤਾਂ ਭਾਰਤ ਦੇ ਲੋਕ ਵੀ ਹੈਗੇ ਨੇ, ਵਾਕਈ, ਠੀਕ ਹੈ ਨਾ। ਉਹ ਗੋਲੀ ਚਲਾ ਰਹੇ ਨੇ, ਪਰ ਇਹ ਤਾਂ ਆਪਣਾ ਰੂਲ ਹੈ। 1947 'ਚ ਅਸੀਂ ਆਜ਼ਾਦ ਹੋ ਗਏ ਹਾਂ। ਹੁਣ ਤਾਂ ਕਮ ਸੇ ਕਮ ਮੈਂ ਤਾਂ ਲਾਠੀ ਚਾਰਜ ਨੂੰ ਵੀ ਬੁਰਾ ਮੰਨਦਾ ਕਿ ਯਾਰ ਕੀ ਤੁਸੀਂ ਮਤਲਬ ਕਿਹਨਾਂ ਦੇ ਉੱਤੇ ਲਾਠੀਆਂ ਚਲਾਉਂਦੇ ਪਏ ਹੋ? ਉਹੀ ਦੇਸ਼ਵਾਸੀ ਆਪਣੇ ਦੇਸ਼ਵਾਸੀਆਂ ਦੇ ਉੱਤੇ ਲਾਠੀ, ਕਿਉਂਕਿ ਉਹਨਾਂ ਨੇ ਵਰਦੀ ਪਾਈ ਹੋਈ, ਇਸ ਕਰਕੇ ਦੂਜਿਆਂ ਦੇ ਉੱਤੇ, ਸਿਵਲ ਦੇ ਉੱਤੇ ਲਾਠੀਆਂ ਚਲਾਉਂਦੇ ਨੇ। ਹੁਣ ਸਿਵਲ ਦੇ ਉੱਤੇ ਗੋਲੀ ਵੀ ਚਲਾ ਦਿੱਤੀ। ਮਤਲਬ ਅੰਗਰੇਜ਼ ਰਾਜ ਦੇ ਵਿੱਚ ਤੇ ਸਾਡੇ ਆਪਣੇ ਰਾਜ ਦੇ ਵਿੱਚ ਕੋਈ ਫਰਕ ਤੁਹਾਨੂੰ ਮਹਿਸੂਸ ਹੁੰਦਾ? ਮੈਨੂੰ ਸਿਰਫ ਇੰਨਾ ਮਹਿਸੂਸ ਹੁੰਦਾ ਕਿ ਉਹ ਦੁਸ਼ਮਣ ਸੀਗੇ, ਇਹ ਆਪਣੇ ਆ, ਕੰਮ ਦੋਵੇਂ ਸੇਮ ਕਰਦੇ ਆ। ਚਲੋ ਅੱਗੇ ਵਧਦੇ ਆ ਜੀ। ਕਹਿੰਦੇ ਹੁਣ ਕਣਕ ਦਾ, ਹਾੜੀ ਦਾ ਸੀਜ਼ਨ ਹੈ। ਹਾੜੀ ਦੇ ਸੀਜ਼ਨ ਦੇ ਵਿੱਚ ਰੌਣਕਾਂ ਵੀ ਬਥੇਰੀਆਂ, ਕੱਚੇ ਮਾਰ ਵੰਦਲੀ ਆਨੰਦ ਛਾ ਗਿਆ ਤੇ ਮਾਰਤਾ ਦਮਾਮੇ ਚੱਟ ਮੇਲੇ ਆ ਗਿਆ। ਹੁਣ ਮੇਲਿਆਂ ਦੇ ਵਿੱਚ ਤੇ ਇੱਕ ਵੱਡੀ ਗੱਲ ਜਿਹੜੀ ਆ, ਪਿੱਛੇ ਜਿਵੇਂ ਪੜ੍ਹਦਾ ਸੀਗਾ, ਕਹਿੰਦੇ ਜੀ 95% ਦੁਨੀਆ ਦੀ ਆਬਾਦੀ ਜਿਹੜੀ ਆ ਉਹ ਗੰਦਲੀ ਹਵਾ ਦੇ ਵਿੱਚ ਸਾਹ ਲੈਣ ਡਈ ਆ। ਤੇ ਜੇ ਗੰਦਲੀ ਹਵਾ ਦੇ ਵਿੱਚ ਸਾਹ ਲੈਣ ਡਈ ਆ ਤੇ ਸਮਝ ਲਓ ਅਸੀਂ ਕਿੰਨੇ ਕੁ ਸਾਲ ਇੱਥੇ ਰਹਿ ਸਕਦੇ ਹਾਂ। ਤੇ ਜੇ ਪਿੱਛੇ ਜੇ ਹੁਣ ਕਹਿੰਦੇ ਹੁੰਦੇ ਨਾ ਕਿ ਉਹ ਇੱਕ ਸਰਵੇ ਨਿਕਲਦਾ, ਦੁਨੀਆ ਦਾ ਸਰਵੇ ਹੁੰਦਾ, ਤੇ ਉਹਦੇ ਵਿੱਚ ਹਰ ਸਾਲ ਸਰਵੇ ਹੁੰਦਾ ਕਿ ਦੁਨੀਆ ਦੀ ਸਭ ਤੋਂ ਜਿਹੜੀ ਗੰਦਲੀ ਹਵਾ ਵਾਲੀ ਰਾਜਧਾਨੀ ਉਹ ਕਿਹੜੀ ਆ। ਤੇ ਦੂਸਰੀ ਵਾਰ ਅਸੀਂ, ਸਾਡੀ ਦਿੱਲੀ ਜਿਹੜੀ ਨੈਸ਼ਨਲ ਕੈਪੀਟਲ ਆ ਸਾਡੇ ਮੁਲਕ ਦੀ, ਉਹ ਇਸ ਵਾਰ ਵੀ ਪਹਿਲੇ ਨੰਬਰ ਤੇ ਉੱਤੇ ਆ। ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਪੰਜਾਬ ਦੇ ਵਿੱਚ ਤੁਸੀਂ ਜਦੋਂ ਰਹਿੰਦ ਖੂੰਦ ਨੂੰ ਸਾੜਦੇ ਹੋ ਖੇਤਾਂ ਦੇ ਵਿੱਚ ਤੇ ਉਹਦਾ ਧੂੰਆਂ ਪਹੁੰਚਦਾ ਦਿੱਲੀ ਤੱਕ, ਤੇ ਇੱਥੇ ਪੋਲਿਊਸ਼ਨ ਹੋ ਜਾਂਦਾ, ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ। ਚਲੋ ਹੁਣ ਤਾਂ ਖੈਰ ਤੁਸੀਂ ਆਪ ਆ ਗਏ ਹੋ ਪੰਜਾਬ ਦੇ ਵਿੱਚ, ਉਹਨਾਂ ਕਰੋ ਇਹਦਾ ਇਲਾਜ ਰਹਿੰਦ ਖੂੰਦ ਦਾ। ਹੁਣ ਤਾਂ ਇਹ ਵੀ ਹੈ ਕਿ ਸੈਟੇਲਾਈਟ ਦੇ ਜ਼ਰੀਏ ਦੇਖ ਸਕਦੇ ਨੇ ਕਿ ਕਿਹਨੇ ਅੱਗ ਲਾਈ, ਕਿੱਥੇ ਅੱਗ ਲਾਈ, ਤੇ ਉੱਥੇ ਪਹੁੰਚ ਕੇ ਚਲਾਨ ਵੀ ਕਰ ਸਕਦੇ ਨੇ। ਨਹੀਂ, ਉਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਦੇਖੋ ਇਹਦਾ ਨਾ ਹੈ ਕਿ ਇਹ, ਚਲੋ ਇਹ ਗੱਲਾਂ ਤਾਂ ਵੱਖਰੀਆਂ ਵੀ ਹਰਿਆਣੇ ਨੂੰ ਇਹਦਾ ਨੁਕਸਾਨ ਹੈ, ਪੰਜਾਬ ਨੂੰ ਇਹਦਾ ਨੁਕਸਾਨ ਹੈ, ਦਿੱਲੀ ਨੂੰ ਨੁਕਸਾਨ ਹੈ,
ਪਰ ਤੁਸੀਂ ਦੇਖੋ ਤੇ ਸਹੀ ਵੀ ਸਾਡੇ ਹੀ ਜਵਾਕ ਦਿੱਲੀ ਜਾਂਦੇ ਨੇ, ਸਾਡੇ ਜਵਾਕ ਪੜ੍ਹਦੇ ਨੇ। ਹੁਣ ਤੇ ਕੋਈ ਇਹ ਨਹੀਂ ਗਿਆ ਵੀ ਉਹ ਤੇਰਾ ਮੁਲਕ ਹੈ ਤੇ ਮੇਰਾ ਮੁਲਕ ਹੈ। ਦੁਨੀਆ ਦੇ ਉੱਤੇ ਕਿਤੇ ਵੀ ਅੱਗ ਲੱਗੀ ਹੋਵੇ ਨਾ, ਉਹ ਹੌਲੀ ਹੌਲੀ ਸਾਡੇ ਘਰਾਂ ਤੱਕ ਪਹੁੰਚ ਜਾਣੀ ਆ। ਸੋ ਇਹ ਵੱਡੀ ਅੱਗ ਹੈ। ਗਲੇਸ਼ੀਅਰ ਜਿਹੜੇ ਆ ਮੈਲਟ ਹੋਣ ਦੇ, ਬਰਫ਼ਾਂ ਦੇ ਧਰੁਵ ਜਿਹੜੇ ਧਰੁਵ ਦੇ ਉੱਤੇ ਬਰਫ਼ਾਂ ਨੇ ਉਹ ਪਿਘਲ ਰਹੀਆਂ ਨੇ। ਗਰਮੀਆਂ 'ਚ ਸਰਦੀਆਂ ਹੋਣ ਡੀਆਂ, ਜਿੱਥੇ ਕਦੇ ਸੋਕਾ ਹੁੰਦਾ ਸੀ ਉੱਥੇ ਹੜ੍ਹ ਹੋਣੇ ਸ਼ੁਰੂ ਹੋ ਗਏ। ਸੋ ਅਸੀਂ ਸਮਝਦੇ ਨਹੀਂ ਹੈ। ਤਲਵਾਰ ਲਟਕਦੀ ਆ, ਪਰ ਸਾਨੂੰ ਲੱਗਦਾ ਕਿ ਜਦ ਤੱਕ ਗਲਾ ਨਹੀਂ ਵੱਢਿਆ ਗਿਆ ਉਹਦਾ ਕੀ ਲਟਕਣ ਦਾ ਫਾਇਦਾ, ਲਟਕੀ ਜਾਵੇ। ਪਰ ਵਾਤਾਵਰਣ ਸਾਰਾ ਖਰਾਬ ਹੋ ਚੁੱਕਾ ਤੇ ਜਿਹੜੀ ਇਹ ਰਹਿੰਦ ਖੂੰਹਦ ਨੂੰ ਸਾੜਨ ਦੀ ਗੱਲ ਹੋ ਰਹੀ ਹੈ, ਮੁੱਕ ਕੇ ਗੱਲ ਤੇ ਆਏਗੀ ਪਰਾਲੀ ਦੇ ਉੱਤੇ ਹੀ, ਹੋਰ ਤੱਕ ਤੇ ਜਾਣੀ ਨਹੀਂ। ਹੋਰ ਰਹਿੰਦ ਖੂੰਹਦ ਕਿਹੜੀ ਹੁੰਦੀ ਖੇਤਾਂ ਦੇ ਵਿੱਚ? ਤਾਂ ਪਰਾਲੀ ਦਾ ਜਿਹੜਾ ਉਪਯੋਗ ਹੈ, ਕਿਉਂਕਿ ਇਹ ਬਾਈ ਪ੍ਰੋਡਕਟ ਆ, ਜਦੋਂ ਦਾਤੀ ਪੈਣੀ ਹੈ ਫਸਲਾਂ ਨੂੰ, ਫਸਲਾਂ ਕੱਟਣੀਆਂ ਨੇ ਆਪੇ, ਥੱਲੇ ਜਿਹੜਾ ਬਚੇਗਾ ਸਾਰਾ ਰਹਿੰਦ ਖੂੰਹਦ। ਆਹੋ, ਨਾੜ ਦੀ ਗੱਲ ਕਰੀਏ ਤਾਂ ਨਾੜ ਜਿਹੜਾ ਆ, ਹੁਣ ਕਣਕ ਦਾ ਸੀਜ਼ਨ ਆ, ਹਾੜੀ ਦਾ ਸੀਜ਼ਨ ਆ, ਨਾੜ ਤੇ ਐਡਾ ਨਹੀਂ ਹੁੰਦਾ, ਜੀ ਜੀ, ਲੋਕੀ ਘੱਟ ਲਾਉਂਦੇ ਆ, ਪਰ ਫੇਰ ਵੀ ਕਿਤੇ ਨਾ ਕਿਤੇ ਅੱਗ ਲਾ ਹੀ ਦਿੰਦੇ ਨੇ। ਤਾਂ ਅੱਗ ਤੋਂ ਪਰਹੇਜ਼ ਜ਼ਰੂਰ ਕਰਨਾ ਚਾਹੀਦਾ ਪੰਜਾਬੀ ਕੋ। ਕਿਤੇ ਆਪਣਾ ਵੀ ਬਹੁਤ ਜ਼ਰੂਰੀ ਆ, ਕਿਉਂਕਿ ਮੁਲਕ ਨਹੀਂ ਰਿਹਾ ਤਾਂ ਫਿਰ ਕਿੱਥੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਅਸੀਂ ਕਰਾਂਗੇ। ਕਿਉਂਕਿ ਸਾਡੇ ਵੀ ਜਵਾਕ ਨੇ, ਤੁਹਾਡੇ ਵੀ ਨੇ। ਅਸੀਂ ਦਿੱਲੀ 'ਚ ਬੜੀ ਵਾਰੀ ਜਾਂਦੇ ਆ, ਉੱਥੇ ਹਾਲ ਸੱਚੀ ਬੁਰਾ ਹੈ ਸੰਜੀਵ ਜੀ। ਬਿਲਕੁਲ ਸਹੀ ਗੱਲ ਹੈ। ਤੇ ਅੱਜ ਕੱਲ੍ਹ ਖੇਤੀਬਾੜੀ ਮਾਹਿਰ ਬੈਠੇ ਨੇ, ਵਿਗਿਆਨਿਕ ਬੈਠੇ ਨੇ, ਜਿਹੜੇ ਦੱਸਦੇ ਨੇ ਪਰਾਲੀ ਦੀ ਵਰਤੋਂ ਕਿਵੇਂ ਕਰੋ, ਕਿਉਂਕਿ ਇਹ ਇੱਕ ਤਰ੍ਹਾਂ ਨਾਲ ਕਣਕ ਦੀ ਬਾਈ ਪ੍ਰੋਡਕਟ ਹੀ ਹੈ ਨਾ। ਤੇ ਇਹਦਾ ਜੇ ਤੁਸੀਂ ਇਹਨੂੰ ਸਹੀ ਇਸਤੇਮਾਲ ਕਿਉਂ ਨਹੀਂ ਕਰਦੇ? ਅੱਛਾ, ਪਰਾਲੀ ਮੈਂ ਤੁਹਾਨੂੰ ਦੱਸਦਾ, ਪਰਾਲੀ ਜਿਹੜੀ ਹੁੰਦੀ ਆ ਉਹ ਝੋਨੇ ਦੀ ਹੁੰਦੀ ਆ। ਝੋਨੇ ਦੀ ਇਹਨੂੰ ਨਾੜ ਕਹਿੰਦੇ ਅਸੀਂ, ਇਹ ਪੰਜਾਬੀ ਨਾੜ ਹੁੰਦਾ ਹੈ, ਔਰ ਨਾੜ ਅਸੀਂ ਘੱਟ ਸਾੜੀ ਦਾ। ਗੱਲ ਇਹ ਹੈ ਨਾ ਕਿ ਜਿਹੜਾ ਇਹ ਰਹਿੰਦ ਖੂੰਹਦ ਹੈ, ਪਰਾਲੀ ਹੈ, ਠੀਕ ਆ, ਚਲੋ ਆਪਾਂ ਝੋਨੇ ਦੀ ਲੈ ਲਓ, ਕਣਕ ਦਾ ਵੀ ਕੁਝ ਬਚਦਾ ਥੱਲੋਂ, ਸਿੱਟਾ ਕੱਟ ਕੇ ਜਿਹੜਾ ਥੱਲੇ ਦਾ ਵੇਸਟ ਬਚਦਾ, ਇਹ ਸਾਰੇ ਵੇਸਟ ਨੂੰ ਆਪਾਂ ਇਕੱਠਾ ਲੈਂਦੇ ਹਾਂ, ਇਹ ਬਾਈ ਪ੍ਰੋਡਕਟ ਆ। ਠੀਕ ਹੈ, ਸਾਡੀ ਪ੍ਰੋਡਕਸ਼ਨ ਤਾਂ ਅਲੱਗ ਲੈ ਜਿਹੜੀ ਅਸੀਂ ਖਾਣ ਪੀਣ ਦੇ ਵਾਸਤੇ ਇਸਤੇਮਾਲ ਕਰਨੀ ਆ, ਇਹ ਬਾਈ ਪ੍ਰੋਡਕਟ ਆ। ਜੇ ਅਸੀਂ ਉਸ ਦੀ ਕੀਮਤ ਨਹੀਂ ਸਮਝਦੇ ਤਾਂ ਉਹ ਮਾਹਿਰਾਂ ਕੋਲੋਂ ਪੁੱਛ ਲਓ, ਕਿਉਂਕਿ ਕੁਦਰਤ ਨੇ ਕੋਈ ਵੀ ਚੀਜ਼ ਵੇਸਟ ਨਹੀਂ ਬਣਾਈ ਹੋਏਗੀ, ਉਹਨੂੰ ਅੱਗ ਲਾ ਕੇ ਸਾੜ ਦਿਓ। ਉਹਦਾ ਇਸਤੇਮਾਲ ਹੋ ਸਕਦਾ, ਇੰਡਸਟਰੀ ਵਿੱਚ ਹੋ ਸਕਦਾ, ਕਈ ਥਾਂ 'ਤੇ ਕਹਿੰਦੇ ਨੇ ਗਲੀਚੇ ਬਣ ਸਕਦੇ ਨੇ, ਉਹਦੇ ਬਹੁਤ ਕੁਝ ਐਸਾ ਬਣ ਸਕਦਾ। ਉਹਨੂੰ ਯੂਜ਼ ਕਰਕੇ ਉਹ ਤੋਂ ਇਲੈਕਟ੍ਰੀਸਿਟੀ ਪੈਦਾ ਕੀਤੀ ਜਾ ਸਕਦੀ ਹੈ, ਇੱਥੋਂ ਤੱਕ ਵੀ ਗੱਲ ਹੁੰਦੀ ਆ। ਇੰਡਸਟਰੀ ਚਲਾਈ ਜਾ ਸਕਦੀ ਉਹਦੇ ਬੇਸ ਦੇ ਉੱਤੇ। ਜਿਹੜੇ ਮਾਹਿਰ ਬੈਠੇ ਨੇ ਉਹਨਾਂ ਦੀ ਸਲਾਹ ਤਾਂ ਲੈ ਲਓ, ਪੁੱਛ ਤਾਂ ਲਵੋ। ਨਵੀਂ ਸੈਨਤ, ਨਵਾਂ ਇੰਡਸਟਰੀ, ਨਵਾਂ ਸਟਰਕਚਰ ਖੜਾ ਕਰੋ ਪੰਜਾਬ ਦੇ ਅੰਦਰ। ਕਾਟੇਜ ਇੰਡਸਟਰੀ ਚਾਹੀਦੀ ਹੈ, ਛੋਟੀਆਂ ਛੋਟੀਆਂ ਇੰਡਸਟਰੀਜ਼ ਲੱਗੀਆਂ ਹੋਣ, ਜਿੱਥੇ ਪਿੰਡ ਦੇ ਲੋਕਾਂ ਨੂੰ ਨਾਲ ਕੰਮ ਵੀ ਮਿਲੇ, ਨਾਲ ਵਿਕਾਸ ਵੀ ਹੋਵੇ, ਉੱਥੇ ਉਹ ਚੀਜ਼ਾਂ ਇਸਤੇਮਾਲ ਹੋ ਸਕਦੀਆਂ। ਹਰ ਚੀਜ਼ ਇਸਤੇਮਾਲ ਹੋ ਸਕਦੀ, ਕਿਉਂਕਿ ਨੇਚਰ ਜਿਹੜੀ ਹੈ ਨਾ, ਹਰ ਚੀਜ਼ ਨੂੰ ਰੀਸਾਈਕਲ ਕਰਦੀ ਹੈ, ਰੀਯੂਜ਼ ਕਰਦੀ ਹੈ। ਇਹ ਨੇਚਰ ਤੋਂ ਅਸੀਂ ਅਕਲ ਸਿੱਖੀਏ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਰੀਯੂਜ਼ ਕਰੀਏ, ਇਹਨਾਂ ਦਾ ਦੁਬਾਰਾ ਰੀਸਾਈਕਲ ਕਰੀਏ, ਇਸਤੇਮਾਲ ਕਰੀਏ, ਇਹ 'ਚ ਬਹੁਤ ਵਧੀਆ ਰਿਜ਼ਲਟਸ ਸਾਹਮਣੇ ਆ ਸਕਦੇ। ਵਾਕਿਆ ਸੰਜੀਵ ਜੀ, ਤੁਹਾਡੀ ਗੱਲ ਤਾਂ ਬੜੀ ਦਰੁਸਤ ਆ, ਔਰ ਮੈਨੂੰ ਤਾਂ ਲੱਗਦਾ ਤੁਸੀਂ ਹੁਣੇ ਇੰਡਸਟਰੀ ਲਾ ਕੇ ਉੱਠਣਾ ਇੱਥੋਂ। ਕਿਉਂ ਨਹੀਂ? ਜੇ ਮੇਰੇ ਵੱਸ ਹੋਵੇ, ਮੈਂ ਇਸੇ ਵਕਤ ਕੋਈ ਜਾਦੂ ਦੀ ਮੇਰੇ ਕੋਲ ਛੜੀ ਹੋਵੇ, ਮੈਜਿਕ ਵੈਂਡ ਹੋਵੇ, ਤਾਂ ਮੈਂ ਹੁਣੇ ਘੁਮਾ ਕੇ ਨਾ ਪੰਜਾਬ ਨੂੰ ਕਮਾਲ ਕਰੇਗਾ। ਚਲੋ ਪਟਿਆਲਾ ਲੈ ਜਾਂਦੇ ਤੁਹਾਨੂੰ। ਪਟਿਆਲਾ ਕੱਲ ਬੜੀਆਂ ਦੋ ਦੁਖਦਾਈ ਘਟਨਾ ਹੋਈਆਂ। ਬਿਲਕੁਲ। ਪਹਿਲਾਂ ਤੇ ਮੁੰਡਾ 35 ਸਾਲ ਦਾ, ਕਹਿੰਦੇ ਜੀ ਸਾਬਕਾ ਕਬੱਡੀ ਪਲੇਅਰ ਵੀ ਕੋਈ ਕਹਿੰਦਾ ਰਿਹਾ ਆ, ਤੇ ਧਰਮਿੰਦਰ ਨਾਮ ਹੈ। ਹਾਂਜੀ। ਉਹ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਪੈਟਰੋਲ ਪੰਪ ਪਿੱਛੇ ਜਿਹੜਾ ਆ, ਉਹਦੇ ਸਾਹਮਣੇ ਪੈਟਰੋਲ ਪੰਪ, ਉੱਥੇ ਕਿਤੇ ਲੜਾਈ ਲੜੂਈ ਹੋਈ ਹੈ ਤੇ ਗੋਲੀਆਂ ਮਾਰ ਕੇ ਮਾਰ ਦਿੱਤਾ। ਫਿਰ ਸਵੇਰੇ ਤੜਕੇ, ਇਹ ਰਾਤ 11 ਵਜੇ ਦੀ ਗੱਲ ਹੈ, ਤੇ ਸਵੇਰੇ 5 ਵਜੇ 18 ਸਾਲਾਂ ਦਾ ਮੁੰਡਾ ਆ, ਉਹਨੂੰ ਚਾਕੂ ਦੇ ਨਾਲ ਕਿਹਨੂੰ ਕਹਿੰਦੇ ਹੁੰਦੇ ਸਟੈਬ ਕਰ ਦਿੱਤਾ। ਸਟੈਬ ਕਰ ਦਿੱਤਾ। ਹਾਂ, ਸਟੈਬ ਕਰਕੇ ਤੇ ਉਹਨੂੰ ਵੀ ਮਾਰ ਦਿੱਤਾ। ਹੁਣ ਇਦਾਂ ਦੀ ਘਟਨਾ ਰੋਜ਼ ਨਿਤ ਆਏ ਦਿਨ ਹੁੰਦੀਆਂ। ਸਿੱਧੂ ਸਾਹਿਬ ਵੀ ਪਹੁੰਚੇ ਹੋਏ ਸੀ, ਜਿੱਥੇ ਇੱਕ ਦਿਨ ਪਹਿਲਾਂ ਘਟਨਾ ਹੋਈ, ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ 4 ਜਿਹੜੇ ਘਰ ਦੇ ਮੈਂਬਰ ਸੀਗੇ ਉਹ ਪੂਰੇ ਹੋ ਗਏ, ਉਸ ਗੱਲ ਦੇ ਉੱਤੇ ਪਹੁੰਚੇ ਨੇ। ਆਏ ਦਿਨ ਘਟਨਾ, ਐਡਾ ਸਾਡਾ ਖੁੱਲ ਗਿਆ ਮੈਨੂੰ ਲੱਗਦਾ ਹੱਥ, ਕਿ ਅਸੀਂ ਨਿਤ ਨੀਏ ਦਿਨ ਅਸੀਂ ਕਦੀ ਗੋਲੀ ਚਲਾਤੀ, ਕਦੀ ਚਾਕੂ ਮਾਰ ਦਿੱਤਾ। ਸਿਸਟਮ ਖਰਾਬ ਹੁੰਦਾ ਜਾ ਰਿਹਾ। ਸਿਸਟਮ ਖਰਾਬ ਹੋ ਗਿਆ। ਕੁਝ ਲੋਕ ਇਸ ਦਾ ਕਾਰਨ ਮੰਨਦੇ ਨੇ, ਜਿਹੜੇ ਸਾਡੇ ਬੜੇ ਪਪੂਲਰ ਗੀਤ ਆਉਂਦੇ ਨੇ, ਬੰਦੂਕਾਂ ਚੁੱਕ ਲਓ ਤੇ ਚੱਕ ਦਿਓ ਫੱਟੇ, ਉਹਨਾਂ ਨੇ ਵੀ ਸਾਡਾ ਖੂਨ ਗਰਮ ਕੀਤਾ ਹੋਇਆ। ਵੈਸੇ ਤਾਂ ਸੁਭਾਵਿਕ ਤੌਰ 'ਤੇ ਪੰਜਾਬੀਆਂ ਦਾ ਖੂਨ ਗਰਮ ਹੈ, ਕਿਉਂਕਿ ਕਹਿੰਦੇ ਨੇ ਨਾ, ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ, ਹਰ ਰੋਜ਼ ਧਾੜ ਵੀ ਆਉਂਦੇ ਸੀ ਪੁਰਾਣੇ ਵਕਤਾਂ ਦੇ ਵਿੱਚ। ਉਹ ਖੂਨ ਵਿੱਚ ਗਰਮੀ ਤਾਂ ਹੈਗੀ, ਬਾਕੀ ਮੱਤ ਸ਼ਾਇਦ ਇਹਨਾਂ ਗੀਤਾਂ ਨੇ ਮਾਰ ਦਿੱਤੀ। ਸਾਡੀ ਸੋਚਣ ਦੀ ਸ਼ਕਤੀ ਖਤਮ ਹੋ ਗਈ। ਅਸੀਂ ਸੋਚਦੇ ਹਾਂ ਕਿ ਅਸਲਾ ਆਪਣੇ ਕੋਲ ਰੱਖਣਾ ਬੜੀ ਕਮਾਲ ਦੀ ਚੀਜ਼ ਆ। ਹੁਣ ਜੇ ਅਸਲਾ ਕੋਲ ਰੱਖ ਲਿਆ, ਉਸ ਤਾਕਤ ਨੂੰ ਰੱਖ ਲਿਆ, ਉਸ ਤਾਕਤ ਨੂੰ ਸਾਂਭਣਾ ਕਿਨੇ ਆ? ਉਹ ਵੀ ਤਾਂ ਤੁਸੀਂ ਸਾਂਭਣਾ ਨਾ। ਤਾਂ ਤਾਕਤ ਨੂੰ ਸਾਂਭਣ ਦਾ ਮਾਦਾ ਚਾਹੀਦਾ। ਕਮਜ਼ੋਰ ਦਿਲ ਵਾਲੇ ਦਾ ਜਾਂ ਕਮਜ਼ੋਰ ਸੋਚ ਵਾਲੇ ਦਾ ਕੰਮ ਨਹੀਂ ਆਪਣੇ ਕੋਲ ਅਸਲਾ ਰੱਖਣਾ, ਕਿਉਂਕਿ ਉਹਨੂੰ ਫਿਰ ਖੁਰਕ ਹੁੰਦੀ ਰਹਿੰਦੀ ਆ ਕਿ ਮੈਂ ਇਹਨੂੰ ਇਸਤੇਮਾਲ ਕਿਵੇਂ ਕਰਾਂ, ਪਟਾਕੇ ਕਿਵੇਂ ਚਲਾਵਾਂ। ਤਾਂ ਉਹ ਇਹੋ ਜਿਹੇ ਕੰਮ ਕਰਦੇ ਨੇ। ਹੁਣ ਜੇ ਅਸੀਂ ਆਪਣੇ ਵਿਰਸੇ ਨੂੰ ਦੇਖੀਏ, ਜਿਵੇਂ ਤੁਸੀਂ ਕਿਹਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ, ਠੀਕ ਆ, ਅਸੀਂ ਸਾਰੇ ਜਾਣਦੇ ਹਾਂ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਬੜਾ, ਜਿਹਨੂੰ ਕਹਿੰਦੇ ਆ ਆਪਾਂ,
ਸ਼ਕਤੀਸ਼ਾਲੀ ਤਾਂ ਹੈ ਹੀ ਆ, ਜੁਝਾਰੂ ਆ, ਹੈ ਨਾ, ਤੇ ਹਮੇਸ਼ਾ ਖੜਦਾ ਹੈ ਜਿੱਥੇ ਇਨਸਾਫ ਦੀ ਗੱਲ ਹੋਵੇ, ਉੱਥੇ ਖੜਦਾ ਹੈ। ਜਿੱਥੇ ਅਸੀਂ ਦੇਖਦੇ ਹਾਂ ਕੋਈ ਮਾੜਾ ਬੰਦਾ ਹੈ, ਉਹਦੇ ਨਾਲ ਜਾ ਕੇ ਖੜਦਾ ਹੈ, ਠੀਕ ਹੈ ਨਾ, ਹਮੇਸ਼ਾ ਨਿਆਂ ਦੀ ਗੱਲ ਕਰਦਾ ਹੈ। ਸਾਨੂੰ ਦਸ਼ਮੇਸ਼ ਪਿਤਾ ਨੇ ਜਦੋਂ ਸਿਖਾਇਆ ਤਾਂ ਉਹਨਾਂ ਨੇ ਕੀ ਸਿਖਾਇਆ ਕਿ ਸੰਤ ਸਿਪਾਹੀ ਹੋਣਾ ਚਾਹੀਦਾ। ਉਹਨਾਂ ਨੇ ਪਹਿਲਾਂ ਸੰਤ ਰੱਖਿਆ, ਸਿਪਾਹੀ ਸ਼ਬਦ ਬਾਅਦ ਇਸਤੇਮਾਲ ਕੀਤਾ ਕਿ ਪਹਿਲਾਂ ਸੰਤ ਦਾ ਮਤਲਬ ਕਿ ਤੁਸੀਂ ਅੰਦਰੋਂ ਇੰਨੀ ਤਿਆਰੀ 'ਚ ਹੋਵੋ ਕਿ ਤੁਹਾਨੂੰ ਸਿਪਾਹੀ ਦੀ ਮਰਿਆਦਾ ਦਾ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਜਿਹੜੇ ਮੈਂ ਤੁਹਾਨੂੰ ਹਥਿਆਰ ਦੇ ਰਿਹਾ ਉਹਦਾ ਇਸਤੇਮਾਲ ਕਿੱਥੇ ਕਰਨਾ ਤੇ ਕਿੱਥੇ ਨਹੀਂ ਕਰਨਾ, ਸ੍ਰੀ ਸਾਹਿਬ ਦਾ ਇਸਤੇਮਾਲ ਕਿਵੇਂ ਕਰਨਾ, ਇਹੀ ਸਿਖਾਇਆ ਉਹਨਾਂ ਨੇ। ਹੁਣ ਇੱਥੇ ਉਹਨਾਂ ਕੋਲ ਬੰਦੂਕਾਂ ਹੈਗੀਆਂ ਨੇ, ਲੇਕਿਨ ਉਹ ਟ੍ਰੇਨਿੰਗ ਨਹੀਂ, ਸੰਤ ਦੀ ਟ੍ਰੇਨਿੰਗ ਨਹੀਂ ਹੈ। ਸਿੱਧੇ ਸਿਪਾਹੀ ਬਣੇ ਹੋਏ ਨੇ, ਉਹ ਸਿਪਾਹੀ ਵੀ ਨਹੀਂ ਹੈਗੇ, ਉਹ ਗੈਂਗਸਟਰਸ ਨੇ। ਹੁਣ ਉਹ ਗੈਂਗਸਟਰਸ ਦਾ ਇਹੀ ਕੰਮ ਚੱਲਦਾ ਪਿਆ ਕਿ ਉਹਨਾਂ ਨੂੰ ਕਿਹਨੇ ਕਿੱਥੇ ਇਸਤੇਮਾਲ ਕੀਤਾ, ਜਾਂ ਪੈਸੇ ਦਿੱਤੇ, ਜਾਂ ਆਪਸ ਦੀ ਖਹਿਬਾਜ਼ੀ, ਆਪਸ ਦੀ ਗੁੱਟਬਾਜ਼ੀ, ਇੱਕ ਦੂਜੇ ਤੋਂ ਜੈਲਸ, ਤੁਸੀਂ ਸਾਡਾ ਬੰਦਾ ਕੁੱਟਿਆ, ਅਸੀਂ ਤੁਹਾਡਾ ਬੰਦਾ ਕੁੱਟਣਾ। ਬਾਕੀ ਮਾਫੀਆ ਆਇਆ ਹੋਇਆ, ਕਬੱਡੀ ਤੇ ਵੀ ਉਹਨਾਂ ਦਾ ਕਬਜ਼ਾ, ਪ੍ਰਾਪਰਟੀਜ਼ ਤੇ ਕਬਜ਼ਾ, ਪਤਾ ਨਹੀਂ ਕਿੱਥੇ ਕਿੱਥੇ। ਕਈ ਵਾਰ ਤਾਂ ਆਪਾਂ ਸੁਣਦੇ ਹਾਂ ਕਿ ਕ੍ਰਿਕਟ ਦੇ ਵਿੱਚ ਵੀ ਬੁੱਕੀਜ਼ ਬੈਠੇ ਹੋਏ ਨੇ, ਉੱਥੇ ਵੀ ਪੈਸਾ ਕਮਾਉਣ ਦੀ ਹੋੜ ਲੱਗੀ ਹੋਈ ਹੈ। ਹਰ ਪਾਸੇ ਜੂਆ। ਜਿੱਥੇ ਇਹ ਸਭ ਗਲਤ ਕੰਮਾਂ ਹੋਣਗੀਆਂ, ਗਲਤ ਸੋਚਾਂ ਹੋਣਗੀਆਂ, ਉੱਥੇ ਜ਼ਾਹਿਰ ਤੌਰ ਤੇ ਇੱਕ ਦੂਜੇ ਦੇ ਖਿਲਾਫ ਦੁਸ਼ਮਣੀ ਹੋਏਗੀ ਤੇ ਇੱਕ ਦੂਜੇ ਦੀ ਜਾਨ ਲੈਣ ਦੀ ਵੀ ਕੋਸ਼ਿਸ਼ ਹੋਏਗੀ। ਵਾਕਈ ਗੱਲ ਤਾਂ ਤੁਹਾਡੀ ਬੜੀ ਦਰੁਸਤ ਹੈ, ਸੋਚ ਦੀ ਗੱਲ ਹੈ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਰਹਿਤਲ ਪਿੰਡਾਂ ਤੱਕ ਨਹੀਂ ਪਹੁੰਚੀ। ਪਤਾ ਨਹੀਂ ਇਹਦਾ ਮਸਲਾ ਕੀ ਹੈ। ਜੋ ਬਚੇ ਹੋਏ ਨੇ ਵਾਕਈ। ਪਰ ਇਹ ਕਿਤੇ ਨਾ ਕਿਤੇ ਅਸੀਂ ਕਹਿੰਦੇ ਉਹ ਉਸ ਦਿਨ ਵੀ ਗੱਲ ਕਰਦੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੋੜਾਂ ਦਾ ਟਰਨਓਵਰ ਹੈ। ਜੇ ਅਸੀਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰ ਲਈਏ, ਪਰ ਜੇ ਕਰੋੜਾਂ ਦੇ ਟਰਨਓਵਰ ਨਾਲ ਵੀ ਅਸੀਂ ਸਿੱਖੀ ਦਾ ਪ੍ਰਚਾਰ ਪੂਰੇ ਪੰਜਾਬ 'ਚ ਨਹੀਂ ਕਰ ਸਕੇ, ਰਹਿਤਲ ਨਹੀਂ ਕਰ ਸਕੇ, ਸਾਡੇ ਨਵੇਂ ਜਵਾਨਾਂ ਨੂੰ ਉਸ ਦੇ ਬਾਰੇ ਸਮਝਾ ਨਹੀਂ ਸਕੇ, ਤਾਂ ਫਿਰ ਤਾਂ ਕੋਈ ਹੱਜ ਹੀ ਨਹੀਂ ਹੈ। ਅੱਜ ਨਾ ਇਹ ਲੋੜ ਹੈ ਜਿਹੜੀ ਇਹ ਆਪਾਂ ਗੱਲ ਕਰਦੇ ਆ ਨਾ, ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ, ਉਹ ਗੁਰਬਾਣੀ ਦਾ ਪ੍ਰਚਾਰ ਚਾਹੀਦਾ ਹਰ ਥਾਂ ਦੇ ਉੱਤੇ, ਹਰ ਮਨ ਦੇ ਵਿੱਚ ਉਹ ਚੀਜ਼ ਵਸੇ, ਉਹ ਮਾਹੌਲ ਸਿਰਜੋ। ਕਿਉਂਕਿ ਜਾਂ ਤਾਂ ਹੋਵੇ ਨਾ ਸਾਡੇ ਕੋਲ ਉਹ ਚੀਜ਼ ਨਹੀਂ ਹੈਗੀ, ਉਹ ਤਾਂ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈਗੇ ਨੇ, ਸਿੱਖਿਆਵਾਂ ਸਾਡੇ ਕੋਲ ਨੇ, ਪ੍ਰਚਾਰਕ ਵੀ ਹੈਗੇ ਨੇ, ਉਹਨਾਂ ਨੂੰ ਕਿਉਂ ਨਹੀਂ ਪਹਿਲ ਦਿੱਤੀ ਜਾਂਦੀ, ਉਹਨਾਂ ਨੂੰ ਕਿਉਂ ਨਹੀਂ ਅੱਗੇ ਵਧਾਇਆ ਜਾਂਦਾ, ਉਹਨਾਂ ਨੂੰ ਕਿਉਂ ਨਹੀਂ ਸਪੋਰਟ ਕੀਤਾ ਜਾਂਦਾ। ਮਨਸ਼ਾ ਦੀ ਗੱਲ ਆ ਜੀ ਸੰਜੀਵ ਜੀ, ਮਨਸ਼ਾ ਦੀ ਪੋਲੀਟੀਕਲ ਵਿਲ ਆ ਜਾਂਦੀ ਹਰ ਥਾਂ ਤੇ ਹੁਣ ਸਾਡੀ ਮਨਸ਼ਾ ਤੇ ਚਲੋ ਸਾਡੇ ਬੌਸ ਨੇ ਕਹਿੰਦੇ ਹੁੰਦੇ ਨਿਰਧਾਰਿਤ ਕਰਨੀ ਆ, ਪਰ ਘੜੀ ਵੀ ਸਾਡਾ ਇੱਕ ਤਰੀਕੇ ਨਾਲ ਬੌਸ ਹੁੰਦਾ ਆ, ਉਹ ਟਿਕ ਟਿਕ ਕਰਦਾ ਟਾਈਮ ਪਹੁੰਚ ਜਾਂਦਾ, ਫਿਰ ਸਾਨੂੰ ਆਗਿਆ ਲੈਣੀ ਪੈਂਦੀ ਆ ਤੇ ਫਿਰ ਆਗਿਆ ਲੈਂਦੇ ਆ, ਵਾਕਈ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੇ ਕੱਲ ਆਉਣ ਦਾ ਵਾਅਦਾ ਕਰਦੇ ਆ। ਵਾਕਈ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਮੈਨੂੰ ਤੇ ਸੰਜੀਵ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ ਜੀ।